ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 15 ਫਰਵਰੀ ਹੈ, ਦਿਨ ਮੰਗਲਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਅੱਜ ਦੀਆਂ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਨੇ ਆ। ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ ਅੱਜ ਸਣੇ ਸਿਰਫ 5 ਦਿਨ ਰਹਿ ਗਏ ਨੇ ਅਤੇ ਪੰਜਾਬ ਦੇ ਵਿੱਚ ਵੱਡੇ ਲੀਡਰ ਪਹੁੰਚ ਰਹੇ ਨੇ। ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸੀ ਤੇ ਦਾਅਵਾ ਕੀਤਾ ਕਿ ਅਸੀਂ ਪੰਜਾਬ ਨੂੰ ਕਰਜ਼ੇ ਤੋਂ ਮੁਕਤੀ ਦਿਵਾਵਾਂਗੇ। ਕਹਿੰਦੇ ਮੈਨੂੰ ਇੱਕ ਮੌਕਾ ਦੇ ਦਿਓ ਐਤਕੀ ਤੇ ਮੈਂ ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕਰਨਾ ਚਾਹੁੰਦਾ ਹਾਂ। ਰਾਹੁਲ ਗਾਂਧੀ ਵੀ ਕੱਲ ਪੰਜਾਬ ਪਹੁੰਚੇ, ਅੱਜ ਵੀ ਜਾਣਗੇ ਤੇ ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਚੋਣ ਮੁਹਿੰਮ ਹੈ ਉਸ ਨੂੰ ਭਖਾਉਣਗੇ। ਨਵਜੋਤ ਸਿੰਘ ਸਿੱਧੂ ਵੀ ਨਾਲ ਹੋਣਗੇ ਰਾਹੁਲ ਗਾਂਧੀ ਦੇ ਅਤੇ ਮਾਨਸਾ ਦੇ ਰੁੱਸੇ ਹੋਏ ਜਿਹੜੇ ਕਾਂਗਰਸੀ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ ਤੇ ਸਿੱਧੂ ਮੂਸੇਵਾਲੇ ਦੀ ਜਿਹੜੀ ਡੁੱਬਦੀ ਬੇੜੀ ਹੈ ਉਸ ਨੂੰ ਵੀ ਪਾਰ ਲਾਉਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਮਾਨਸਾ ਦੀ ਸੀਟ ਕਲੀਅਰ ਦੱਸੀ ਜਾ ਰਹੀ ਹੈ। ਸਾਡੀਆਂ ਖਬਰਾਂ ਦੇ ਮੁਤਾਬਿਕ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਸਿੰਗਲਾ ਜੀ ਨੇ ਜਿਹੜੇ ਉਹ ਸੀਟ ਇਹ ਲਿਜਾ ਰਹੇ ਨੇ। ਉੱਥੇ ਕਾਫੀ ਲੋਕ ਆਮ ਆਦਮੀ ਪਾਰਟੀ ਤੋਂ ਕਾਫੀ ਆਸਾਂ ਲਾ ਕੇ ਬੈਠੇ ਨੇ। ਕੱਲ ਉੱਤਰਾਖੰਡ, ਗੋਆ ਅਤੇ ਯੂਪੀ ਦੇ ਵਿੱਚ ਵੋਟਾਂ ਪਈਆਂ ਨੇ। ਉੱਤਰਾਖੰਡ ਦੇ ਵਿੱਚ 62.5%, ਗੋਆ ਦੇ ਵਿੱਚ 79% ਵੋਟਾਂ ਪਈਆਂ ਨੇ ਅਤੇ ਯੂਪੀ ਦਾ ਜਿਹੜਾ ਦੂਸਰਾ ਗੇੜ ਸੀ ਉਸ ਦੇ ਵਿੱਚ 62% ਪੋਲਿੰਗ ਹੋਈ ਹੈ। ਔਰ ਕਈ ਥਾਵਾਂ ਦੇ ਉੱਤੇ ਯੂਪੀ ਸਣੇ ਉੱਤਰਾਖੰਡ ਦੇ ਵਿੱਚ ਕਈ ਥਾਵਾਂ ਦੇ ਉੱਤੇ ਲੋਕਾਂ ਨੇ ਵੋਟਾਂ ਦਾ ਬਾਈਕਾਟ ਵੀ ਕੀਤਾ ਹੈ। ਬੀਜੇਪੀ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ। ਨਵਜੋਤ ਸਿੱਧੂ ਨੂੰ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਣ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀਆਂ ਟਿੱਪਣੀਆਂ ਦੇ ਨਾਲ ਨਫ਼ਰਤ ਪੈਦਾ ਕਰਕੇ ਸਮਾਜ ਦੇ ਵਿੱਚ ਵੰਡੀਆਂ ਪਾ ਰਹੇ ਨੇ। ਭਾਜਪਾ ਨੇ ਸਿੱਧੂ ਦੇ ਖਿਲਾਫ ਅਪਰਾਧਿਕ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ ਹੈ ਤੇ ਇਸ ਸ਼ਿਕਾਇਤ ਚਿੱਠੀ ਦੇ ਵਿੱਚ ਬੀਜੇਪੀ ਨੇ ਨਵਜੋਤ ਸਿੰਘ ਸਿੱਧੂ ਦੀ ਬਾਹਮਣ ਵਾਲੀ ਜਿਹੜੀ ਟਿੱਪਣੀ ਹੈ ਉਸ ਨੂੰ ਆਧਾਰ ਬਣਾਇਆ ਹੈ। ਤੇ ਕੱਲ ਪੰਜਾਬ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਸਾਨਾਂ ਨੇ ਤਿੱਖਾ ਵਿਰੋਧ ਵੀ ਕੀਤਾ। ਵੱਖ-ਵੱਖ ਥਾਵਾਂ ਤੇ ਰੋਸ ਮੁਜ਼ਾਹਰੇ ਕੀਤੇ ਗਏ। ਕਿਸਾਨਾਂ ਦੇ ਵੱਲੋਂ ਪੁਤਲੇ ਫੂਕ ਕੇ ਵਿਰੋਧ ਕੀਤਾ ਗਿਆ ਤੇ ਕੱਲ ਨੂੰ ਯਾਨੀ ਕਿ 16 ਤਰੀਕ ਨੂੰ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚਣਗੇ ਤੇ ਕੱਲ ਵਾਸਤੇ ਵੀ ਕਿਸਾਨਾਂ ਨੇ ਵਿਰੋਧ ਦਾ ਐਲਾਨ ਕੀਤਾ ਹੋਇਆ। ਕਿਸਾਨਾਂ ਦਾ ਰੋਸਾ ਜਿਹੜਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਇੱਕ ਤਾਂ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਦੂਸਰਾ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ, ਲਾਰਿਆਂ ਦੇ ਵਿੱਚ ਰੱਖਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ ਰਾਹੁਲ ਗਾਂਧੀ ਦੀ ਕਿਸੇ ਰੈਲੀ ਦੇ ਵਿੱਚ ਨਹੀਂ ਪਹੁੰਚ ਸਕੇ ਕਿਉਂਕਿ ਚੰਨੀ ਦਾ ਚੌਪਰ 2 ਵਾਰੀ ਰੋਕਿਆ ਗਿਆ ਤੇ ਚੰਨੀ ਨੂੰ ਗੁੱਸਾ ਚੜ ਗਿਆ। ਚੰਨੀ ਨੇ ਕਿਹਾ ਕਿ ਮੈਂ ਸੂਬੇ ਦਾ ਮੁੱਖ ਮੰਤਰੀ ਹਾਂ, ਕੋਈ ਅੱਤਵਾਦੀ ਨਹੀਂ ਹਾਂ। ਪ੍ਰਧਾਨ ਮੰਤਰੀ ਨੇ ਵੀ ਜਵਾਬ ਦਿੱਤਾ ਹੈ, ਇਸ ਮਸਲੇ ਤੇ ਆਪਣਾ ਬਿਆਨ ਦਿੱਤਾ ਹੈ ਰੈਲੀ ਦੇ ਵਿੱਚ, ਤੁਹਾਨੂੰ ਵਿਸਥਾਰ ਦੇ ਵਿੱਚ ਦੱਸਾਂਗੇ। ਹਰਸਿਮਰਤ ਕੌਰ ਬਾਦਲ ਆਪਣੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਨੇ ਵੱਖ-ਵੱਖ ਥਾਵਾਂ ਤੇ। ਹਰਸਿਮਰਤ ਨੇ ਕਿਹਾ ਕਿ ਕੇਜਰੀਵਾਲ ਦੀ ਨਿਗਾਹ ਪੰਜਾਬ ਦੇ ਪਾਣੀਆਂ ਤੇ ਹੈ, ਕਾਂਗਰਸ ਤੇ ਵੀ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ ਹੈ। ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦਾ ਕੀ ਕਹਿਣਾ ਹੈ, ਕਿੱਥੇ-ਕਿੱਥੇ ਰੈਲੀਆਂ ਕੀਤੀਆਂ ਨੇ ਅਤੇ ਕਿਸ ਨੂੰ ਨਿਸ਼ਾਨੇ ਤੇ ਲਿਆ, ਬਿਕਰਮ ਮਜੀਠੀਆ ਕਿਉਂ ਭਾਵੁਕ ਹੋ ਗਏ, ਖਬਰਾਂ ਦੇ ਵਿਸਥਾਰ ਤੁਹਾਨੂੰ ਦੱਸਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਸੂਬੇ ਦੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਾਣਾ ਸੀ, ਰੋਡ ਸ਼ੋਅ ਕਰਨਾ ਸੀ, ਪਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਅੱਜ ਹੀ ਫਰੀਦਕੋਟ ਪਹੁੰਚ ਰਹੇ ਨੇ। ਇਸ ਕਰਕੇ ਚੰਨੀ ਦੀ ਫੇਰੀ ਮੁਲਤਵੀ ਕਰ ਦਿੱਤੀ ਗਈ ਹੈ ਤੇ ਸੀਐਮ ਚੰਨੀ ਹੁਣ ਕੱਲ ਨੂੰ ਫਰੀਦਕੋਟ ਦੇ ਵਿੱਚ ਰੈਲੀ ਕਰਨਗੇ। ਕੈਪਟਨ ਅਮਰਿੰਦਰ ਸਿੰਘ ਦੀ ਡੁੱਬਦੀ ਬੇੜੀ ਨੂੰ ਪਾਰ ਲੰਘਾਉਣ ਦੇ ਲਈ ਉਹਨਾਂ ਦੀ ਪਤਨੀ ਅਤੇ ਕਾਂਗਰਸ ਐਮਪੀ ਪਰਨੀਤ ਕੌਰ ਚੋਣ ਮੈਦਾਨ ਦੇ ਵਿੱਚ ਨਿੱਤਰ ਆਏ ਨੇ। ਆਖਿਰਕਾਰ ਆਪਣੇ ਪਤੀ ਦੀ ਚੋਣ ਮੁਹਿੰਮ ਪਰਨੀਤ ਕੌਰ ਨੂੰ ਸਾਂਭਣੀ ਪਈ ਹੈ। ਮੀਟਿੰਗਸ ਕਰ ਰਹੇ ਨੇ, ਵੋਟਾਂ ਮੰਗ ਰਹੇ ਨੇ। ਹਾਲਾਂਕਿ ਕਾਂਗਰਸ ਦੇ ਖਿਲਾਫ ਕੁਝ ਵੀ ਨਹੀਂ ਬੋਲ ਰਹੀ ਮਹਾਰਾਣੀ ਪਰਨੀਤ ਕੌਰ ਤੇ ਕੈਪਟਨ ਸਾਹਿਬ ਨੂੰ ਧੁੜਕੂ ਲੱਗਿਆ ਹੋਇਆ ਹੈ ਕਿ ਚੋਣ ਨਿਸ਼ਾਨ ਨਵਾਂ ਹੋਣ ਕਰਕੇ, ਕਿਉਂਕਿ ਖਿੱਦੋ ਖੂੰਡੀ ਚੋਣ ਨਿਸ਼ਾਨ ਮਿਲਿਆ ਹੈ ਤੇ ਉਹਨਾਂ ਨੂੰ ਖਦਸ਼ਾ ਹੈ ਕਿ ਕਿਤੇ ਕਾਂਗਰਸ ਦੇ ਹੱਕ ਵਿੱਚ ਹੀ ਵੋਟਾਂ ਨਾ ਭੁਗਤ ਜਾਣ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੰਜਾਬ ਪਹੁੰਚੇ ਹੋਏ ਨੇ, ਉਹ ਤਾਂ ਵੋਟਾਂ ਤੱਕ ਪੰਜਾਬ 'ਚ ਹੀ ਰਹਿਣਗੇ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਲਈ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਕਜੁੱਟ ਹੋ ਗਈਆਂ ਨੇ। ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਦਿਨ ਪਹਿਲਾਂ ਲਾਰੈਂਸ ਰੋਡ ਚੌਂਕ ਦੇ ਵਿੱਚ ਜਿਹੜਾ ਰੋਡ ਸ਼ੋਅ ਕੱਢਿਆ ਗਿਆ ਸੀ, ਰੈਲੀ ਕੱਢੀ ਗਈ ਸੀ, ਉਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ
ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਖਿਲਾਫ ਜਾਣ ਤੇ ਪਾਰਟੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਰੋਡ ਸ਼ੋਅ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੀ ਸ਼ਾਮਲ ਸਨ। ਅੰਮ੍ਰਿਤਸਰ ਪੂਰਬੀ ਹਲਕੇ ਦੀ ਗੱਲ ਕਰ ਲਈਏ, ਜਿਹੜੀ ਹੌਟ ਸੀਟ ਹੈ ਪੰਜਾਬ ਦੀ, ਸਿੱਧੂ ਤੇ ਮਜੀਠੀਆ ਦਾ ਮੁਕਾਬਲਾ ਹੈ ਤੇ ਇੱਥੇ ਸਿੱਧੂ ਪਰਿਵਾਰ ਦਾ ਪਹਿਲੀ ਵਾਰੀ ਕਿਸੇ ਪਿੰਡ ਦੇ ਵਿੱਚ ਵਿਰੋਧ ਹੋਇਆ ਹੈ। ਇੱਕ ਪਿੰਡ ਹੈ ਮੋਦਲ, ਇੱਥੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਡਾਕਟਰ ਨਵਜੋਤ ਕੌਰ ਸਿੱਧੂ ਇਸ ਪਿੰਡ ਦੇ ਵਿੱਚ ਪਹੁੰਚੇ ਸੀ ਆਪਣੇ ਪਤੀ ਦੇ ਹੱਕ ਵਿੱਚ ਪ੍ਰਚਾਰ ਕਰਨ ਦੇ ਲਈ, ਪਰ ਪ੍ਰਦਰਸ਼ਨਕਾਰੀ ਜਿਹੜੇ ਪਿੰਡ ਵਾਲੇ, ਉਹਨਾਂ ਨੇ ਦੋਸ਼ ਲਾਇਆ ਕਿ ਸਿੱਧੂ ਆਪਣੇ ਕਾਰਜਕਾਲ ਦਰਮਿਆਨ ਪਿੰਡ ਵਿੱਚ ਇੱਕ ਵਾਰੀ ਵੀ ਨਹੀਂ ਆਏ, ਨਾ ਹੀ ਕਦੇ ਸਾਡੀਆਂ ਸ਼ਿਕਾਇਤਾਂ ਸੁਣੀਆਂ ਨੇ। ਸੰਯੁਕਤ ਸੰਘਰਸ਼ ਪਾਰਟੀ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਕਾਰਪੋਰੇਟ ਘਰਾਣਿਆਂ ਦੀਆਂ ਕਠਪੁਤਲੀਆਂ ਦੱਸਿਆ ਹੈ। ਚੜੂਨੀ ਨੇ ਕਿਹਾ ਕਿ ਸਮਾਜ ਦਾ ਹਰ ਵਰਗ ਚਿਰਾਂ ਤੋਂ ਇਹਨਾਂ ਦੀ ਮਾਰ ਝੱਲਦਾ ਆ ਰਿਹਾ ਹੈ ਤੇ ਹੁਣ ਬਦਲਾਅ ਦੀ ਲੋੜ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਲ ਖਾਲਸਾ ਜਥੇਬੰਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਕਾਰਨ ਵਿਸਥਾਰ 'ਚ ਦੱਸਦੇ ਹਾਂ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਜਨਵਰੀ ਮਹੀਨੇ ਦੀਆਂ ਤਨਖਾਹਾਂ ਅਤੇ ਤਨਖਾਹ ਕਮਿਸ਼ਨ ਦੇ ਬਕਾਇਆਂ ਦੇ ਲਈ ਲੋੜੀਂਦਾ ਬਜਟ ਨਾ ਮੌਜੂਦ ਹੋਣ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਤੇ ਨਾਨ ਟੀਚਿੰਗ ਸਟਾਫ ਦੇ ਤਨਖਾਹਾਂ ਤੋਂ ਵਾਂਝੇ ਰਹਿਣ ਦਾ ਸਾਂਝਾ ਅਧਿਆਪਕ ਮੋਰਚੇ ਨੇ ਨੋਟਿਸ ਲਿਆ ਹੈ ਅਤੇ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕੀਤੀ ਹੈ। ਰੁਕੀਆਂ ਤਨਖਾਹਾਂ ਜਾਰੀ ਕਰਨ, ਸਕੂਲ ਖੋਲ੍ਹਣ ਤੇ ਮਿਡ ਡੇ ਮੀਲ ਖਾਤਿਆਂ ਨਾਲ ਸੰਬੰਧਿਤ ਮਸਲੇ ਹੱਲ ਕਰਨ ਦੀ ਮੰਗ ਕੀਤੀ ਹੈ ਅਧਿਆਪਕ ਮੋਰਚੇ ਨੇ। ਅਗਲੀ ਖਬਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹੈ, ਜਿੱਥੇ ਇੱਕ ਪਿਓ ਨੇ ਆਪਣੇ ਧੀ ਤੇ ਪੁੱਤ ਸਣੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ। ਪੁੱਤ ਦੀ ਲਾਸ਼ ਬਰਾਮਦ ਹੋ ਗਈ ਹੈ। ਵੀਡੀਓ ਬਣਾਈ ਸੀ। ਛਾਲ ਮਾਰਨ ਤੋਂ ਪਹਿਲਾਂ ਚਾਚੇ ਦੇ ਪਰਿਵਾਰ ਨੂੰ ਮੌਤ ਦੇ ਲਈ ਜ਼ਿੰਮੇਦਾਰ ਦੱਸਿਆ ਹੈ। ਬੱਚੇ ਜਿਹੜੇ ਨਾਲ ਲੈ ਕੇ ਛਾਲ ਮਾਰੀ ਹੈ ਨਹਿਰ ਵਿੱਚ, ਇੱਕ ਬੱਚੀ 12 ਸਾਲ ਦੀ ਤੇ ਜਿਹੜਾ ਬੱਚਾ ਹੈ ਉਹ 9 ਸਾਲ ਦਾ ਸੀ। ਜੇ ਤੁਸੀਂ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹੋ ਤਾਂ ਇੱਕ ਨੰਬਰ ਜ਼ਰੂਰ ਨੋਟ ਕਰ ਲਿਓ, ਜਿਸ 'ਤੇ ਸੰਪਰਕ ਕਰਕੇ ਤੁਸੀਂ ਰਜਿਸਟ੍ਰੇਸ਼ਨ ਕਰਵਾ ਰਹੇ ਹੋ। ਦਰਅਸਲ ਨਿਰੋਲ ਸੇਵਾ ਸੰਸਥਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ ਤੋਂ 13ਵਾਂ ਮਹਾਨਗਰ ਕੀਰਤਨ 28 ਫਰਵਰੀ ਨੂੰ ਸਜਾਇਆ ਜਾ ਰਿਹਾ ਹੈ, ਜਿਹੜਾ ਕਿ ਪੰਜਾਬ ਦੇ ਵੱਖ-ਵੱਖ ਗੁਰਧਾਮਾਂ ਤੋਂ ਹੁੰਦਾ ਹੋਇਆ ਕਰਤਾਰਪੁਰ ਸਾਹਿਬ ਜਾ ਕੇ ਸੰਪੰਨ ਹੋਵੇਗਾ। 6 ਮਾਰਚ ਨੂੰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਦੀ ਚਾਹਵਾਨ ਸੰਗਤ 17 ਫਰਵਰੀ ਤੋਂ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੀ ਹੈ। ਇੱਕ ਨੰਬਰ ਇਹਨਾਂ ਨੇ ਜਾਰੀ ਕੀਤਾ 82 645 42 797। ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਇੱਕ ਹੋਰ ਖਬਰ ਤੁਹਾਨੂੰ ਫਗਵਾੜਾ ਦੀ ਦੱਸਦੇ ਹਾਂ, ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਤਿੱਖਾ ਵਿਰੋਧ ਕੀਤਾ ਗਿਆ। ਸਿੱਖ ਜਥੇਬੰਦੀਆਂ ਦੇ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਜੁੱਤੀਆਂ ਦਿਖਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਸੀ। ਇਹ ਸਾਰੇ ਨੌਜਵਾਨ ਨੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਕੇਜਰੀਵਾਲ ਦੇ ਖਿਲਾਫ ਰੋਸ ਇਸ ਕਰਕੇ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਦਾ ਰਾਹ ਰੋਕ ਰੱਖਿਆ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਪੰਜਾਬ ਸਮੇਤ ਵੱਖ-ਵੱਖ ਥਾਵਾਂ ਤੇ ਵਸਦੇ ਸਿੱਖ ਭਾਈਚਾਰੇ ਦੇ ਵੱਲੋਂ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਗੁਰੂ ਹਰਿਰਾਏ ਸਾਹਿਬ ਜੀ ਦੇ ਇਤਿਹਾਸਿਕ ਅਸਥਾਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ, ਜਿੱਥੇ ਲਗਾਤਾਰ 3 ਦਿਨਾਂ ਤੋਂ ਸਮਾਗਮ ਕਰਵਾਏ ਗਏ ਨੇ। ਪੰਥ ਪ੍ਰਸਿੱਧ ਰਾਗੀ ਜਥੇ ਵੀ ਇੱਥੇ ਪਹੁੰਚੇ ਨੇ, ਜਿਨ੍ਹਾਂ ਨੇ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਗਾਇਨ ਕਰਵਾਇਆ ਹੈ ਅਤੇ ਇੱਥੇ ਨਗਰ ਕੀਰਤਨ ਵੀ ਸਜਾਇਆ ਗਿਆ। 2 ਦਿਨ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ। ਇਹ ਤਸਵੀਰਾਂ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ ਅਤੇ ਗੁਰੂ ਸਾਹਿਬ ਦੇ ਜੀਵਨ ਦੀ ਉਦਾਹਰਣ ਦੇ ਕੇ ਬਾਣੀ ਦਾ ਅਦਬ ਕਰਨ ਦਾ ਸੁਨੇਹਾ ਵੀ ਦਿੱਤਾ। ਜਥੇਦਾਰ ਨੇ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਪਾਣੀ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ। ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ। ਵਾਤਾਵਰਣ ਵਿੱਚ ਪੈਦਾ ਹੋਏ ਵਿਗਾੜ ਤੇ ਚਿੰਤਾ ਵੀ ਪ੍ਰਗਟ ਕੀਤੀ। ਅੱਜ ਦੀਨ ਦੁਨੀਆ ਦੇ ਵਾਲੀ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਔਰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ ਵਧਾਈਆਂ। ਜਿਨ ਪੈ ਬਾਣੀ ਅਦਬ ਨ ਧਾਰਾ, ਜਨ ਹੋ ਸੋ ਨਹੀਂ ਸਿੱਖ ਹਮਾਰਾ। ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਵਿਸ਼ੇਸ਼ ਯੋਗਦਾਨ ਕਿ ਉਹਨਾਂ ਨੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਪ ਬਾਗ ਲਗਵਾਏ, ਜਾਨਵਰਾਂ ਦੀ ਸੰਭਾਲ ਕਰਨਾ ਸਿਖਾਇਆ ਔਰ ਸਾਨੂੰ ਦੱਸਿਆ ਕਿ ਇਸ ਧਰਤੀ ਦੇ ਉੱਤੇ ਸ਼ੁੱਧ ਪਾਣੀ ਦਾ ਹੋਣਾ, ਸ਼ੁੱਧ ਹਵਾ ਦਾ ਹੋਣਾ, ਸ਼ੁੱਧ ਵਾਤਾਵਰਣ ਦਾ ਹੋਣਾ ਮਨੁੱਖੀ ਜੀਵਨ ਦੇ ਲਈ ਬਹੁਤ ਜ਼ਰੂਰੀ ਹੈ। ਅਗਰ ਮਨੁੱਖੀ ਜੀਵਨ ਤੰਦਰੁਸਤ ਹੈ, ਸਾਫ਼ ਸੁਥਰੇ ਪਾਣੀ ਔਰ ਵਾਯੂਮੰਡਲ ਦੇ ਕਾਰਨ, ਤਾਂ ਹੀ ਉਹ ਵਾਹਿਗੁਰੂ ਦੀ ਬੰਦਗੀ
ਮਾਨਵਤਾ ਦੀ ਸੇਵਾ ਔਰ ਉਪਕਾਰ ਕਰ ਸਕਦਾ ਹੈ। ਤੇ ਹੁਣ ਗੱਲ ਕਰ ਲੈਂਦੇ ਆ ਸਿਆਸਤ ਦੀ। ਪੰਜਾਬ ਦੇ ਵਿੱਚ ਵੋਟਾਂ ਨੂੰ ਸਿਰਫ ਤੇ ਸਿਰਫ 4-5 ਦਿਨ ਰਹਿ ਗਏ ਨੇ। ਪੂਰਾ ਮਾਹੌਲ ਭਖਿਆ ਹੋਇਆ। ਦਿੱਲੀ ਦੇ ਵੱਡੇ ਵੱਡੇ ਦਿੱਗਜ ਲੀਡਰ ਪੰਜਾਬ ਪਹੁੰਚੇ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਪਹੁੰਚੇ। ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਪੱਕਾ ਐਨਡੀਏ ਦੀ ਸਰਕਾਰ ਬਣੇਗੀ, ਪੰਜਾਬ ਦਾ ਵਿਕਾਸ ਹੋਊਗਾ, ਰੁਜ਼ਗਾਰ ਸਭ ਨੂੰ ਮਿਲੇਗਾ, ਕਾਨੂੰਨ ਦਾ ਰਾਜ ਹੋਏਗਾ, ਮਾਫੀਆ ਨੂੰ ਕੋਈ ਥਾਂ ਨਹੀਂ ਮਿਲੇਗੀ। ਕਹਿੰਦੇ ਪੰਜਾਬ ਦਾ ਨਵਾਂ ਨਾਰਾ ਹੈ ਨਵਾਂ ਪੰਜਾਬ, ਭਾਜਪਾ ਦੇ ਨਾਲ ਨਵਾਂ ਪੰਜਾਬ ਨਵੀਂ ਟੀਮ ਦੇ ਨਾਲ। ਇਹ ਨਵੀਂ ਟੀਮ ਹੈ ਜਿਹੜੀ ਕਹਿੰਦੇ ਦੂਰੇ ਇੰਜਨ ਵਾਲੀ ਹੈ, ਜਿੱਥੇ ਇੱਕ ਟੀਮ ਕੇਂਦਰ ਦੀ ਦੂਸਰੀ ਸੂਬੇ ਦੀ ਹੋਏਗੀ। ਜਲੰਧਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਰ ਕੀ ਕੁਝ ਕਿਹਾ ਹੈ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਕਿਸਾਨਾਂ ਦੇ ਰੋਸ ਮੁਜ਼ਾਹਰਿਆਂ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ, ਕਿਉਂਕਿ ਮੋਦੀ ਦੀ ਰੈਲੀ ਦੇ ਖਿਲਾਫ ਪੰਜਾਬ ਭਰ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ। ਜਲੰਧਰ ਦੇ ਵਿੱਚ ਹੋਈ ਰੈਲੀ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਵਿੱਚ ਕਿਸਾਨਾਂ ਨੇ ਅਰਥੀ ਫੂਕ ਮੁਜ਼ਾਹਰੇ ਕੀਤੇ। ਰੋਸਾ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਗਿਆ ਸੀ ਉਹ ਹਾਲੇ ਤੱਕ ਨਹੀਂ ਮੰਨੀਆਂ ਗਈਆਂ। ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿੱਤੀ ਗਈ ਹੈ, ਉਸ ਦਾ ਪਿਓ ਹਾਲੇ ਤੱਕ ਕੈਬਨਿਟ ਦੇ ਵਿੱਚ ਬੈਠਾ ਹੈ। ਪੂਰੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ, ਕਸਬਿਆਂ, ਸ਼ਹਿਰਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀਜੇਪੀ ਸਰਕਾਰ ਦੇ ਨਾਲ ਆਸ਼ੀਸ਼ ਮਿਸ਼ਰਾ ਦੇ ਪੁਤਲੇ ਫੂਕੇ ਗਏ। ਪ੍ਰਧਾਨ ਮੰਤਰੀ ਦੀ ਜਲੰਧਰ ਰੈਲੀ ਦੇ ਖਿਲਾਫ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ 23 ਉਹਨਾਂ ਨੇ ਕਸਬਿਆਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਸੀ, ਪਿੰਡਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਦੀ ਗੱਲ ਕਹੀ ਸੀ ਤੇ 16 ਫਰਵਰੀ ਨੂੰ ਮੁੜ ਜ਼ਿਲ੍ਹਾ ਮੁੱਖ ਦਫ਼ਤਰਾਂ ਤੇ ਧਰਨੇ ਦਿੱਤੇ ਜਾਣਗੇ। 16 ਨੂੰ ਫਿਰ ਪ੍ਰਧਾਨ ਮੰਤਰੀ ਮੋਦੀ ਪੰਜਾਬ ਪਹੁੰਚ ਰਹੇ ਨੇ। ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਬਰਨਾਲਾ ਦੇ ITI ਚੌਕ ਤੇ ਧਰਨਾ ਪ੍ਰਦਰਸ਼ਨ ਕੀਤਾ। ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਪੁਲਿਸ ਨੇ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸੀ। ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਅੰਮ੍ਰਿਤਸਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ। ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕੀ ਕਿਹਾ ਉਹ ਵੀ ਸੁਣਾਉਂਦੇ ਆ। ਮੋਦੀ ਸਰਕਾਰ ਦੀ ਅਰਥੀ ਸਾੜੀ ਆ, ਜਿਹੜਾ ਕਿਸਾਨਾਂ ਦਾ ਕਾਤਲ ਮੋਦੀ ਸਰਕਾਰ ਆ, ਜਿਹੜਾ ਅੱਜ ਪੰਜਾਬ ਵਿੱਚ ਆਇਆ, ਨਾ ਖੇਤੀ ਕਾਨੂੰਨ MSP ਕਾਨੂੰਨ ਦੇਣਾ ਸੀ ਉਹ ਲਾਗੂ ਕੀਤਾ, ਨਾ ਕਿਸਾਨਾਂ ਦੇ ਕੇਸ ਵਾਪਸ ਲਏ, ਨਾ 750 ਸ਼ਹੀਦਾਂ ਬਾਰੇ ਕੋਈ ਸ਼ਬਦ ਆਖਿਆ ਤੇ ਨਾ ਸ਼ਹੀਦਾਂ ਨੂੰ ਕੋਈ ਮੁਆਵਜ਼ਾ ਦਿੱਤਾ। ਤੋ ਇਹ ਮੰਗਾਂ ਪੂਰੀਆਂ ਕਰਾਉਣ ਲਈ ਔਰ ਮੋਦੀ ਨੂੰ ਇੱਥੋਂ ਵਾਪਸ ਜਾਣ ਦੇ ਨਾਅਰੇ ਹੇਠ ਅੱਜ ਦੇ ਅਰਥੀ ਫੂਕ ਮੁਜ਼ਾਹਰੇ ਹੋਏ ਆ। ਅੱਜ ਮੋਦੀ ਜੀ ਕਰ ਦੇਣ ਵੱਡੇ ਐਲਾਨ ਤੇ ਇਲੈਕਸ਼ਨ ਤੋਂ ਬਾਅਦ ਪੂਰੇ ਕਰ ਦੇਣ, ਵੇਖ ਲਾਂਗੇ ਭਲਾ ਮੋਦੀ ਜੀ ਕਿੰਨੇ ਕੁ ਪੰਜਾਬ ਦੇ ਤਹਿਤੀ ਹੈਗੇ ਨੇ ਜਾਂ ਇਕੱਲੀਆਂ ਵੋਟਾਂ ਤੱਕ ਸੀਮਤ ਹੈਗੇ ਨੇ। ਦੂਸਰਾ, ਗੁਜਰਾਤ ਦੇ ਵਿੱਚ 25 ਸਾਲ ਰਾਜ ਰਿਹਾ ਉਹਨਾਂ ਦਾ, ਅਜੇ ਵੀ ਚੱਲ ਰਿਹਾ, ਉੱਥੇ ਤਾਂ ਕੋਈ ਵਿਕਾਸ ਨਹੀਂ ਹੋਇਆ ਹੋਗਾ। ਤੋ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਵੀ ਇਹ ਜਿਹੜਾ ਗਠਜੋੜ ਆ ਕੈਪਟਨ ਅਮਰਿੰਦਰ ਸਿੰਘ, ਢੀਂਡਸਾ ਤੇ ਮੋਦੀ ਸਰਕਾਰ, ਇਹਨਾਂ ਨੂੰ ਵੋਟ ਪੈਣ ਤੋਂ ਪਹਿਲਾਂ ਆਪਣੇ ਸ਼ਹੀਦਾਂ ਨੂੰ ਜ਼ਰੂਰ ਯਾਦ ਕਰਿਓ ਔਰ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ। ਤੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਕਿਸਾਨਾਂ ਦੇ ਰੋਸ ਮੁਜ਼ਾਹਰਿਆਂ ਨੂੰ ਠੱਲਣ ਦੇ ਲਈ ਕਿਸਾਨ ਲੀਡਰਾਂ ਨੂੰ ਨਜ਼ਰਬੰਦ ਵੀ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਲੀਡਰ ਦਲਬੀਰ ਸਿੰਘ ਭੋਗਲ ਤੇ ਦੁਆਬਾ ਕਿਸਾਨ ਵੈਲਫੇਅਰ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਚੰਦਰ ਸ਼ਰਮਾ ਨੂੰ ਵੀ ਨਜ਼ਰਬੰਦ ਕੀਤਾ ਗਿਆ। ਇਸੇ ਤਰ੍ਹਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਕਈ ਕਿਸਾਨ ਲੀਡਰਾਂ ਨੂੰ ਘਰਾਂ ਦੇ ਵਿੱਚ ਹੀ ਬੰਦ ਕਰ ਦਿੱਤਾ ਗਿਆ। ਅੱਜ ਜੋ ਕੇਂਦਰ ਸਰਕਾਰ ਨੂੰ ਇੱਕ ਘੇਰਨ ਦਾ ਪ੍ਰੋਗਰਾਮ SKM ਵੱਲੋਂ ਲਿਖਿਆ ਗਿਆ ਸੀ, ਉਹਦੇ ਸੰਬੰਧ ਵਿੱਚ ਦੁਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਵੀ ਉਹਨਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਕਾਲੇ ਝੰਡੇ ਦਿਖਾਏ ਜਾਣੇ ਸੀ। ਪਰ ਮੈਨੂੰ ਨਾਲ ਮੇਰੇ ਹੋਰ ਕਈ ਸਾਥੀਆਂ ਨੂੰ ਰਾਤ 10 ਵਜੇ ਤੋਂ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਭੇਜ ਕੇ ਨਜ਼ਰਬੰਦ ਕਰ ਲਿਆ ਗਿਆ ਆ। ਇਹ ਇੱਕ ਲੋਕਤੰਤਰ ਦੀ ਵੀ ਹੱਤਿਆ ਆ ਵੀ ਸਰਕਾਰ ਵੱਲੋਂ ਅਸੀਂ ਸ਼ਾਂਤੀ ਪੂਰਵਕ ਆਪਣੇ ਤਰੀਕੇ ਦੇ ਨਾਲ ਜਿਹੜਾ ਆ ਵੀ ਉਹਨਾਂ ਨੂੰ ਕਾਲੀਆਂ ਝੰਡੀਆਂ ਵੀ ਨਹੀਂ ਦਿਖਾ ਸਕਦੇ। ਕੇਂਦਰ ਸਰਕਾਰ ਆਪਣੀ ਮਨਮਰਜ਼ੀ ਨਾਲ ਜੋ ਉਹਨੇ ਸਾਡੇ ਨਾਲ ਵਾਅਦਾ ਕੀਤਾ ਸੀ, ਪਰ ਅੱਜ ਵਾਅਦਾ ਖਿਲਾਫੀ ਕਰ ਰਹੀ ਆ। ਲਖੀਮਪੁਰ ਘਟਨਾ ਲਾ ਲਓ, ਨਾ ਸਾਡੇ ਕਿਸੇ ਸ਼ਹੀਦ ਹੋਏ ਮੁਲਾਜ਼ਮ ਜਿਹੜੇ ਸਾਥੀ ਹੋਏ ਸੀ ਕਿਸਾਨ, ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ। ਪਰ ਇਹਦਾ ਜਵਾਬ ਜਿਹੜਾ ਆ ਇਹਨਾਂ ਨੂੰ ਜ਼ਰੂਰ ਇੱਕ ਜਿਹੜੀ ਆਮ ਜਨਤਾ ਦੀ ਤਾਕਤ ਹੁੰਦੀ ਆ, ਬੋਰਡ ਦੀ ਤਾਕਤ, ਉਹਦੇ ਨਾਲ ਦਿੱਤਾ ਜਾਊਗਾ, ਕਿਉਂਕਿ ਜਿਹੜੀ ਕੇਂਦਰ ਸਰਕਾਰ ਆ ਅੱਜ ਉਹਦੇ ਤੋਂ ਹਰ ਵਰਗ ਦੁਖੀ ਆ। ਸੋ ਇਹਨਾਂ ਰੋਸ ਮੁਜ਼ਾਹਰਿਆਂ ਧਰਨਿਆਂ ਦੇ ਵਿਚਕਾਰ ਜਲੰਧਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵੱਖ-ਵੱਖ ਜੈਕਾਰੇ ਛੱਡ ਕੇ ਕੀਤੀ। ਪੰਜਾਬ ਆਉਣ ਤੇ ਨਰਿੰਦਰ ਮੋਦੀ ਨੇ ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਸੀ, ਕੇਸਰੀ ਰੰਗ ਦੀ ਦਸਤਾਰ ਸਜਾਈ ਸੀ ਤੇ ਉਹਨਾਂ ਦੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਸਟੇਜ ਦੇ ਉੱਤੇ ਸੱਜ ਕੇ ਬੈਠੇ ਸੀ। ਮੋਦੀ ਨੇ ਕਿਹਾ ਕਿ ਮਹਾਨ ਗੁਰੂਆਂ ਪੀਰਾਂ ਕ੍ਰਾਂਤੀਕਾਰੀਆਂ ਦੀ ਧਰਤੀ ਤੇ ਆਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੁੱਖ ਹੈ। ਮੈਂ ਸਾਰੇ ਗੁਰੂਆਂ ਨੂੰ ਪ੍ਰਣਾਮ ਕਰਦਾ ਹਾਂ।
ਕਾਂਗਰਸ ਤੇ ਤਿੱਖੇ ਨਿਸ਼ਾਨੇ ਸਾਧੇ ਪ੍ਰਧਾਨ ਮੰਤਰੀ ਮੋਦੀ ਨੇ। ਉਹਨਾਂ ਦੀ ਜਿਹੜੀ ਸਪੀਚ ਦੀ ਇੱਕ ਅਹਿਮ ਗੱਲ ਸੀ ਕਿ ਕਾਂਗਰਸ ਨੂੰ ਖਾਸਾ ਉਹਨਾਂ ਨੇ ਲਪੇਟਿਆ। ਕਾਂਗਰਸ ਕਹਿੰਦੇ ਪੰਜਾਬ ਦੇ ਨਾਲ ਪੁਰਾਣੀ ਦੁਸ਼ਮਣੀ ਕੱਢਣ ਦੀ ਤਾਕ ਵਿੱਚ ਹੈ। ਜਦੋਂ ਤੱਕ ਕਾਂਗਰਸ ਦੀ ਵਾਗਡੋਰ ਗਾਂਧੀ ਪਰਿਵਾਰ ਕੋਲ ਰਹੇਗੀ ਉਦੋਂ ਤੱਕ ਕਾਂਗਰਸ ਦਾ ਪੰਜਾਬ ਨਾਲ ਵੈਰ ਨਹੀਂ ਮੁੱਕਣਾ। ਕਾਂਗਰਸ ਦੀਆਂ ਸਰਕਾਰਾਂ ਰਿਮੋਟ ਕੰਟਰੋਲ ਨਾਲ ਚੱਲਦੀਆਂ ਨੇ। ਕਹਿੰਦੇ ਇਹਨਾਂ ਦੇ ਬਿਆਨ ਤੋਂ ਹੀ ਸਾਫ਼ ਹੁੰਦਾ ਹੈ, ਕਿਉਂਕਿ ਇੱਕ ਦਿਨ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਬਿਆਨ ਦਿੱਤਾ ਸੀ ਕਿ ਸਾਨੂੰ ਜਦੋਂ ਪਤਾ ਲੱਗਿਆ, ਅਹਿਸਾਸ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਬੀਜੇਪੀ ਦੇ ਨਾਲ ਕਾਫੀ ਦੋਸਤੀ ਹੈ, ਇਸ ਕਰਕੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ। ਤੇ ਮੋਦੀ ਨੇ ਉਹਨਾਂ ਦੇ ਇਸ ਬਿਆਨ ਨੂੰ ਇਸ ਤਰੀਕੇ ਦੇ ਨਾਲ ਵਰਤਿਆ ਹੈ ਕਿ ਇਹਨਾਂ ਦੇ ਲੀਡਰਾਂ ਦੇ ਬਿਆਨ ਤੋਂ ਹੀ ਸਾਫ਼ ਹੋ ਜਾਂਦਾ ਹੈ ਕਿ ਕਾਂਗਰਸ ਦੀਆਂ ਸਰਕਾਰਾਂ ਰਿਮੋਟ ਕੰਟਰੋਲ ਦੇ ਨਾਲ ਚੱਲਦੀਆਂ ਨੇ, ਦਿੱਲੀ ਤੋਂ ਚੱਲਦੀਆਂ। ਮੋਦੀ ਕਹਿੰਦੇ ਕਾਂਗਰਸ ਦਾ ਇਤਿਹਾਸ ਰਿਹਾ ਹੈ ਕਿ ਪੰਜਾਬ ਦੇ ਲਈ ਕਾਂਗਰਸ ਕਦੇ ਕੰਮ ਨਹੀਂ ਕਰੂਗੀ ਤੇ ਜੋ ਕੰਮ ਕਰਨਾ ਚਾਹੁੰਦਾ ਹੈ ਉਹਦੇ ਰਸਤੇ ਵਿੱਚ ਰੋੜੇ ਡਾਵੇਗੀ। ਤੇ ਇਸ ਦੇ ਨਾਲ ਹੀ ਕੈਪਟਨ ਦੇ ਕਾਫੀ ਸੋਲੇ ਨਰਿੰਦਰ ਮੋਦੀ ਨੇ ਗਾਏ। कांग्रेस का इतिहास गवाह है, वो कभी पंजाब के लिए काम नहीं कर सकता, और जो काम करना भी चाहता है वो उसको आगे हजार रोड़े खड़े कर देती है। और अब ये भी कांग्रेस के नेताओं के बयान से पता चलता है कि उन्होंने कैप्टन साहब को क्यों हटाया। उन्होंने खुद कहा है कि पंजाब सरकार को हम नहीं चलाते थे, कैप्टन साहब की सरकार को दिल्ली के नेता कह रहे हम नहीं चलाते थे, भारत सरकार चला रही थी। इसका मतलब यह हुआ कि कांग्रेस की सारी सरकारें रिमोट कंट्रोल से चलती है, दिल्ली से एक परिवार चलाता है, संविधान के आधार पर वो राज्य सरकारें नहीं चलती है। और कैप्टन साहब ने फेडरलिज्म के सिद्धांत के अनुसार अगर भारत सरकार के साथ मिलकर के काम किया और भारत सरकार ने अगर पंजाब के साथ मिलकर के काम किया तो भारत के संविधान के अनुरूप काम किया कि नहीं किया भाई। यहां कांग्रेस के नेता आकर के कहते थे कि कैप्टन साहब हमारी नहीं सुनते थे, भारत सरकार और कैप्टन साहब की सरकार मिलकर के पंजाब को आगे बढ़ाना चाहती थी। ये रोड़े अटकाते थे, और जब रोड़े अटकाने की उनकी ताकत इतनी बढ़ गई कि आखिर उन्होंने कैप्टन साहब को ही विदा कर दिया। ਮੋਦੀ ਨੇ ਪੰਜਾਬੀਆਂ ਦੇ ਸਿਰ ਚੜਿਆ ਕਰਜ਼ਾ ਲਾਉਣ ਦਾ ਇੱਕ ਮੌਕਾ ਮੰਗਿਆ ਹੈ ਪੰਜਾਬੀਆਂ ਤੋਂ, ਤੇ ਇਹ ਵੀ ਦਾਅਵਾ ਕੀਤਾ, ਕਹਿੰਦੇ ਮੈਨੂੰ ਸੱਤਾ ਦੀ ਭੁੱਖ ਨਹੀਂ ਹੈ, ਨਾ ਹੀ ਮੈਨੂੰ ਸੁੱਖਾਂ ਦੀ ਲਾਲਸਾ ਹੈ, ਬਸ ਮੈਂ ਤਾਂ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਚੋਂ ਕੱਢ ਕੇ ਇੱਕ ਨਵਾਂ ਪੰਜਾਬ ਉਸਾਰਨ ਲਈ ਮੈਂ ਬੀਜੇਪੀ ਦਾ ਸਾਥ ਮੰਗਦਾ ਹਾਂ। ਹੁਣ ਦੇਖਦੇ ਹਾਂ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਅਪੀਲ ਨੂੰ ਕਿੰਨਾ ਕੁ ਗੰਭੀਰਤਾ ਦੇ ਨਾਲ ਲੈਂਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਾਣੀਆਂ ਗੱਲਾਂ ਵੀ ਯਾਦ ਕੀਤੀਆਂ। ਅਕਾਲੀਆਂ ਦੇ ਨਾਲ ਜਿਹੜਾ ਗੱਠਜੋੜ ਹੁੰਦਾ ਸੀ ਉਸ ਦੇ ਕਾਫੀ ਭੇਤ ਖੋਲੇ, ਅਕਾਲੀ ਦਲ ਤੇ ਤਕੜੇ ਨਿਸ਼ਾਨੇ ਬੰਨੇ। ਕਹਿੰਦੇ ਬੀਜੇਪੀ ਨੇ ਯਾਨੀ ਕਿ ਅਸੀਂ ਤਾਂ ਅਕਾਲੀ ਦਲ ਨੂੰ ਵੱਡਾ ਭਾਈ ਮੰਨ ਕੇ ਹਮੇਸ਼ਾ ਛੋਟੇ ਭਰਾ ਵਾਂਗੂ ਭੂਮਿਕਾ ਨਿਭਾਈ। ਇੱਕ ਵੇਲਾ ਹੁੰਦਾ ਸੀ ਜਦੋਂ ਅਕਾਲੀ ਦਲ ਕੋਲ ਬਹੁਮਤ ਨਹੀਂ ਸੀ ਹੁੰਦਾ ਤੇ ਬੀਜੇਪੀ ਦੀ ਹਮਾਇਤ ਤੋਂ ਬਿਨਾਂ ਇਹਨਾਂ ਦੀ ਸਰਕਾਰ ਨਹੀਂ ਸੀ ਚੱਲਣੀ। ਤੇ ਇੱਕ ਹੋਰ ਭੇਤ ਦੱਸਿਆ, ਕਹਿੰਦੇ ਜਦੋਂ ਗੱਠਜੋੜ ਦੀ ਸਰਕਾਰ ਵਿੱਚ ਬੀਜੇਪੀ ਨੂੰ ਡਿਪਟੀ ਸੀਐਮ ਦਾ ਅਹੁਦਾ ਦੇਣ ਦੀ ਸਹਿਮਤੀ ਬਣੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਮੁੱਕਰ ਗਏ ਸੀ, ਪਰ ਅਸੀਂ ਇਸ ਕਰਕੇ ਚੁੱਪ ਰਹੇ ਕਿ ਪੰਜਾਬ ਦਾ ਭਲਾ ਰਹੇ। ਕਹਿੰਦੇ ਉਸ ਵਕਤ डिप्टी सीएम बनना मनोरंजन कालिया का पूरा हक सी, पर बादल ने अपने पुत्र सुखबीर बादल नू डिप्टी सीएम बना दिता। हम जब अकाली दल के साथ थे तो उन्हें बड़ा भाई मानकर हमेशा हमने अपनी छोटी भूमिका को स्वीकार किया था। दिल में सिर्फ एक ही बात थी, जिस बात में पंजाब का भला होगा वही करेंगे। एक समय ऐसा था अकाली दल के पास पूर्ण बहुमत नहीं था, भाजपा के लोगों के समर्थन के बिना अकाली की सरकार नहीं चल सकती थी। और उस स्थिति में कुदरती न्याय तो ये कहता था कि डिप्टी सीएम बीजेपी का बनना चाहिए था। मेरा साथी मनोरंजन कालिया डिप्टी सीएम बनने के हकदार थे, लेकिन उस समय भी हमारे साथ अन्याय हुआ। बादल साहब ने अपने बेटे को ही डिप्टी सीएम बना दिया। उसके बावजूद भी पंजाब की भलाई के लिए हमारे पास ज्यादा एमएलए थे, सरकार घर जा सकती थी,
हमने वो पाप नहीं किया, क्योंकि हमारे दिल में सिर्फ और सिर्फ पंजाब का उज्जवल भविष्य है। पंजाब का भला हो, पंजाबियों का भला हो, पंजाबियत अमर रहे, इसके लिए हमने अपने राजनीतिक हकों को भी दरकिनार करके पंजाब की चिंता की है। ਮੋਦੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਦੇ ਨਾਲ ਮੇਰਾ ਬੜਾ ਪੁਰਾਣਾ ਡੂੰਘਾ ਤੇ ਭਾਵਨਾਤਮਕ ਰਿਸ਼ਤਾ ਰਿਹਾ ਹੈ। ਪੰਜਾਬ ਨੇ ਮੈਨੂੰ ਉਸ ਵਕਤ ਸਾਂਭਿਆ ਸੀ ਜਦੋਂ ਮੈਂ ਇੱਥੇ ਬੀਜੇਪੀ ਵਰਕਰ ਵਜੋਂ ਕੰਮ ਕਰਦਾ ਹੁੰਦਾ ਸੀ। ਜਦੋਂ ਕਹਿੰਦੇ ਸਾਡੇ ਸਮਾਜ ਦੇ ਵਿੱਚ ਹਨੇਰਾ ਛਾਇਆ, ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਆਏ ਸੀ। ਅਸੀਂ ਗੁਰੂ ਨਾਨਕ ਦੇਵ ਸਾਹਿਬ, ਗੁਰੂ ਤੇਗ ਬਹਾਦਰ ਜੀ, ਬਾਬਾ ਸਾਹਿਬ ਅੰਬੇਡਕਰ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਐਲਾਨਿਆ ਹੈ। ਪਰ ਇਹ ਲੋਕ ਨੇ ਜਿਹੜੇ ਵਿਰੋਧੀ ਪਾਰਟੀਆਂ ਦੇ ਉਹ ਪੰਜਾਬ ਦੀ ਵਿਰਾਸਤ ਨੂੰ ਨਜ਼ਰਅੰਦਾਜ਼ ਕਰ ਰਹੇ ਨੇ। ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੇ ਵਿੱਚ ਪਹੁੰਚੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਸਿਰਫ ਦੋ ਹੀ ਗੱਲਾਂ ਕਰਨੀਆਂ ਨੇ। ਸਾਡਾ ਪਹਿਲਾ ਕਦਮ ਹੋਣਾ ਚਾਹੀਦਾ ਹੈ ਦੇਸ਼ ਦੀ ਸੁਰੱਖਿਆ ਕਰਨਾ। ਪੰਜਾਬ ਪਾਕਿਸਤਾਨ ਦੀ ਹੱਦ ਦੇ ਨਾਲ ਲੱਗਦਾ ਹੈ। ਬਿਨਾਂ ਤਕੜੇ ਪ੍ਰਧਾਨ ਮੰਤਰੀ ਤੋਂ ਇੱਥੇ ਭਵਿੱਖ ਹੀ ਨਹੀਂ ਬਣ ਸਕਦਾ ਪੰਜਾਬੀਆਂ ਦਾ। ਦੂਜੀ ਗੱਲ ਕਹਿੰਦੇ ਸੂਬਾ ਕਰਜ਼ੇ ਦੇ ਵਿੱਚ ਹੈ, ਅਸੀਂ ਤਾਂ ਬਿਲਕੁਲ ਡੁੱਬੇ ਪਏ ਹਾਂ। ਸੂਬੇ ਦਾ ਕਰਜ਼ਾ 4 ਲੱਖ ਕਰੋੜ ਰੁਪਏ ਹੈ। ਸੋ ਇੱਥੇ ਵੀ ਸਵਾਲ ਉੱਠਦਾ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜਿਹੜੇ ਕਹਿੰਦੇ ਨੇ ਕਿ ਕਰਜ਼ੇ ਦੇ ਵਿੱਚ ਅਸੀਂ ਡੁੱਬੇ ਹੋਏ ਆ, ਤਾਂ 4.5 ਸਾਲ ਦੇ ਵਿੱਚ ਕੈਪਟਨ ਸਾਹਿਬ ਨੇ ਆਖਿਰਕਾਰ ਕੀ ਕੀਤਾ? ਕਿਉਂਕਿ ਕਰਜ਼ਾ ਘਟਣ ਦੀ ਬਜਾਏ ਵੱਧਦਾ ਹੀ ਗਿਆ ਹੈ ਪੰਜਾਬ ਦੇ ਸਿਰ ਤੇ। ਕੈਪਟਨ ਨੇ ਵੀ ਕਿਹਾ ਕਿ ਮੇਰਾ ਬੀਜੇਪੀ ਦੇ ਨਾਲ ਬਹੁਤ ਪਿਆਰ ਰਿਹਾ, ਕਾਂਗਰਸ ਮੇਰੇ ਬਾਰੇ ਇਹੀ ਕਹਿੰਦੀ ਹੈ, ਪਰ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਮੇਰਾ ਹੈਗਾ ਪਿਆਰ। ਆਪਾਂ ਨੂੰ ਮੈਂ ਦੋ ਗੱਲਾਂ ਸਿਰਫ ਕਰਨੀਆਂ ਨੇ। ਪਹਿਲਾ, ਸਾਡਾ ਕਦਮ ਹੋਣਾ ਚਾਹੀਦਾ ਹਰ ਵੇਲੇ अपनी देश की रक्षा, और साढ़े कोल पंजाब पाकिस्तान के नाल लगता है। दूसरी गल जी मैं कहनी है, ढींडसा साहब ने जिक्र किया कि स्टेट करजे च है। करजा तो यह होंदा जदों कुछ करजा पा लीए, आप तो बिल्कुल डुबे पे हैं। इन्होंने सही गल की है। स्टेट का करजा 4 लाख करोड़ है, और जो साढ़े बाकी एजेंसी जैसे बिजली बोर्ड वगैरह वगैरह उन्होंने 1 लाख करोड़ है, 5 लाख करोड़ पूरा हो जाता है। जदों ताई इत्थे दी सरकार और सेंटर की सरकार इकट्ठे नहीं चलणगे तो पंजाब का भविख नहीं बन सकता। सारे सूबे के नाल ही है। तो अज खुशी है प्रधानमंत्री जी तुसीं आए हो, मैनू खुशी होती है, क्योंकि इन्हां नाल मेरा बड़ा प्यार रहा है। ये कांग्रेस यही कहती होंदी है ना कि मेरा प्यार है बीजेपी के लीडर नाल, मेरे प्रधानमंत्री जी नाल, और मेरा अमित शाह जी नाल। भाई चीफ मिनिस्टर का काम ही है कि जेड़े सारे प्रधानमंत्री उन्होंने मिलन। चीफ मिनिस्टर का काम है, जब सुरक्षा का मसला, मैं भी हेल्थ अपना मिनिस्टर रहा है, अपना जो अमित शाह जी को है अपने बॉर्डर वगैरह संभाल करने वास्ते। तो सारियां का काम है। कहना चाहते ने कह, मैनू तो कोई इतराज़ नहीं, क्योंकि मेरा है इन्हां नाल प्यार। हुण मैं की कर सकदा है। ਸੁਖਦੇਵ ਸਿੰਘ ਢੀਂਡਸਾ ਬੀਜੇਪੀ ਦੇ ਨਾਲ ਗੱਠਜੋੜ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਨੇ। ਢੀਂਡਸਾ ਨੇ ਕਿਹਾ ਕਿ ਅਸੀਂ ਹਮੇਸ਼ਾ ਮੋਦੀ ਦੇ ਨਾਲ ਆ, ਪੰਜਾਬ ਨੂੰ ਸਿਰਫ ਤੇ ਸਿਰਫ ਮੋਦੀ ਹੀ ਬਚਾ ਸਕਦੇ ਨੇ। ਕਿਸਾਨਾਂ ਦੇ ਮਨਾਂ 'ਚ ਕਹਿੰਦੇ ਹਾਲੇ ਥੋੜਾ ਬਹੁਤ ਗੁੱਸਾ ਹੈਗਾ ਹੈ, ਗੁੱਸਾ ਜਾਇਜ਼ ਵੀ ਹੈ, ਪਰ ਮੋਦੀ ਨੇ ਜਿਸ ਖੁੱਲ੍ਹ ਦਿਲੀ ਦੇ ਨਾਲ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ, ਦੇਸ਼ ਦੇ ਕਿਸਾਨਾਂ ਤੋਂ ਮਾਫੀ ਮੰਗੀ, ਰਹਿੰਦੀਆਂ ਹੋਰ ਛੋਟੀਆਂ-ਮੋਟੀਆਂ ਗੱਲਾਂ ਵੀ ਉਹ ਪੂਰੀਆਂ ਕਰ ਦੇਣਗੇ। ਬਹੁਤ ਸਾਰੇ ਉਮੀਦਵਾਰ ਸਾਡੇ ਕੋਲ ਇੱਥੇ ਮੌਜੂਦ ਨੇ, ਭਾਵੇਂ ਬੀਜੇਪੀ ਵਜੋਂ ਤੇ ਭਾਵੇਂ ਸੰਯੁਕਤ ਅਕਾਲੀ ਦਲ ਦੇ ਵਜੋਂ। ਅਸੀਂ ਕਹਿੰਦੇ ਤੁਹਾਡੇ ਨਾਲ ਇਸ ਕਰਕੇ ਹਾਂ ਮੋਦੀ ਨੂੰ ਕਹਿ ਰਹੇ ਸੀ, ਕਿਉਂਕਿ ਤੁਸੀਂ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹੋ। ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਸਿਰਫ ਬਾਦਲ ਅਕਾਲੀ ਦਲ ਬਣ ਕੇ ਰਹਿ ਗਿਆ। ਪੰਜਾਬ ਦੇ ਅੰਦਰ ਮੋਦੀ ਸਾਹਿਬ ਅਸੀਂ ਤੁਹਾਡੇ ਨਾਲ ਇਸ ਕਰਕੇ ਵੀ ਹਾਂ ਕਿਉਂਕਿ ਤੁਸੀਂ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਰਹੇ ਹੋ, ਔਰ ਤੁਹਾਡੇ ਨਾਲ ਇਸ ਕਰਕੇ ਵੀ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ। ਪੰਜਾਬ ਦੇ ਹਾਲਾਤ ਬੜੀ ਬੁਰੀ ਤਰ੍ਹਾਂ ਪੰਜਾਬ ਫੇਲ ਹੋ ਚੁੱਕਿਆ ਹੈ। ਪੰਜਾਬ ਦੇ ਅੰਦਰ ਇੰਡਸਟਰੀ ਚਲੀ ਗਈ, ਪੰਜਾਬ ਦਾ ਬਿਜ਼ਨਸ ਫੇਲ ਹੋ ਗਿਆ, ਪੰਜਾਬ ਦੇ ਮਜ਼ਦੂਰਾਂ ਦੀ ਬੁਰੀ ਹਾਲਤ ਹੈ। ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਨਸ਼ਾ ਮੁਕਤ ਔਰ ਜੋ ਮਾਫੀਆ ਰਾਜ ਹੈ
ਉਹਨੂੰ ਖਤਮ ਕਰਾਂਗੇ। ਸੋਮਵਾਰ ਨੂੰ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ, ਉੱਥੇ ਹੀ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਵੀ ਪੰਜਾਬ ਪਹੁੰਚੇ। ਰਾਹੁਲ ਗਾਂਧੀ ਨੇ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਵਿੱਚ 2 ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਸ਼ਾਂਤੀ ਸਿਰਫ ਕਾਂਗਰਸ ਹੀ ਕਾਇਮ ਰੱਖ ਸਕਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਗਰੀਬੀ ਨੂੰ ਸਮਝਦੇ ਨੇ। ਚੰਨੀ ਅਰਬਪਤੀਆਂ ਦੀ ਨਹੀਂ, ਗਰੀਬਾਂ, ਕਿਸਾਨਾਂ, ਛੋਟੇ ਤੇ ਮੱਧ ਵਰਗੀ ਕਾਰੋਬਾਰੀਆਂ ਦੀ ਸਰਕਾਰ ਦੀ ਅਗਵਾਈ ਕਰਨਗੇ। ਚੰਨੀ ਅਰਬਪਤੀਆਂ ਦੀ ਸਰਕਾਰ ਨਹੀਂ ਚਲਾਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਕਾਲੇ ਧਨ ਤੇ ਕਦੇ ਕੋਈ ਟਿੱਪਣੀ ਨਹੀਂ ਕਰਦੇ। ਉਹਨਾਂ ਦਾਅਵਾ ਕੀਤਾ ਕਿ ਸਾਡੀ ਸਰਕਾਰ ਕਿਸਾਨਾਂ ਦੀ ਸਮਰਥਕ ਹੈ, ਸਾਡੀ ਪਾਰਟੀ ਵੀ ਕਿਸਾਨਾਂ ਦੀ ਸਮਰਥਕ ਹੈ, ਇਸ ਵਾਸਤੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। 10 रुपए लीटर पेट्रोल और 5 रुपए लीटर डीजल कांग्रेस पार्टी ने कम किए। नरेंद्र मोदी क्यों नहीं करते? नरेंद्र मोदी जी ने यह काम पूरे हिंदुस्तान में क्यों नहीं किया? क्या केजरीवाल जी ने यह दिल्ली में किया? क्यों नहीं किया? नरेंद्र मोदी जी 2-3 उद्योगपतियों के लिए काम करते हैं। छोटे व्यापारी, मजदूर, किसान, छोटे बिजनेस, मिडिल साइज बिजनेस, इन लोगों के लिए नरेंद्र मोदी नहीं काम करते। अगर करते तो नोटबंदी कभी नहीं करते। अगर करते तो गलत जीएसटी कभी नहीं लागू करते। तो हम 2-3 बड़े उद्योगपतियों की सरकार नहीं चलाएंगे। हम किसानों की, मजदूरों की, छोटे व्यापारियों की, मिडिल साइज स्मॉल बिजनेस वालों की सरकार चलाएंगे। ਇੱਕ ਦਿਨ ਪਹਿਲਾਂ ਐਤਵਾਰ ਨੂੰ ਪ੍ਰਿਯੰਕਾ ਗਾਂਧੀ ਵੀ ਪੰਜਾਬ ਆਏ ਸੀ। ਉਸ ਵਕਤਾ ਸਟੇਜ ਤੋਂ ਨਵਜੋਤ ਸਿੰਘ ਸਿੱਧੂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਚੰਨੀ ਵੱਲ ਇਸ਼ਾਰਾ ਕਰ ਦਿੱਤਾ ਸੀ। ਸਟੇਜ ਤੋਂ ਕੋਈ ਸੰਬੋਧਨ ਨਹੀਂ ਕੀਤਾ ਸੀ। ਪਰ ਜਿਹੜੀ ਸੋਮਵਾਰ ਦੀ ਰਾਹੁਲ ਗਾਂਧੀ ਦੀਆਂ 2 ਰੈਲੀਆਂ ਸੀ, ਉਹਨਾਂ ਦੇ ਵਿੱਚ ਚੰਨੀ ਨਹੀਂ ਪਹੁੰਚ ਸਕੇ। ਕਾਰਨ ਅੱਗੇ ਦੱਸਾਂਗੇ, ਪਰ ਇੱਥੇ ਨਵਜੋਤ ਸਿੰਘ ਸਿੱਧੂ ਨੇ ਜ਼ਰੂਰ ਸੰਬੋਧਨ ਕੀਤਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਔਰਤਾਂ ਨੂੰ ਆਰਥਿਕ ਹਿੱਸੇਦਾਰੀ ਵਿੱਚ ਸ਼ਾਮਲ ਕਰੂਗੀ। ਕਾਂਗਰਸ ਸਰਕਾਰ ਆਉਣ ਤੋਂ ਬਾਅਦ ਅਸੀਂ ਬੀਬੀਆਂ ਨੂੰ ਮੁਫਤ ਸਿਲੰਡਰ ਦੇਵਾਂਗੇ। ਕਾਂਗਰਸ 5ਵੀਂ 10ਵੀਂ ਤੇ 12ਵੀਂ ਪਾਸ ਕਰਨ ਤੋਂ ਬਾਅਦ ਕੁੜੀਆਂ ਨੂੰ ਨਗਦ ਰਕਮ ਦੇਵੇਗੀ। ਹੁਸ਼ਿਆਰਪੁਰ ਵਿੱਚ ਫੂਡ ਪ੍ਰੋਸੈਸਿੰਗ ਨੂੰ ਵਿਕਸਿਤ ਕਰਨ ਦੀ ਗੱਲ ਵੀ ਨਵਜੋਤ ਸਿੰਘ ਸਿੱਧੂ ਨੇ ਦੁਹਰਾਈ ਕਿ ਜੇ ਸਾਡੀ ਸਰਕਾਰ ਬਣੀ 4.5 ਤੋਂ 5,000 ਚੇਅਰਮੈਨੀਆਂ ਨੇ। ਚੇਅਰਮੈਨੀਆਂ ਦੇ ਨਾਲ ਬੋਰਡ ਨੇ। ਕਿਸੇ ਐਮਐਲਏ ਦੇ ਰਿਸ਼ਤੇਦਾਰ ਨੂੰ ਕੋਈ ਚੇਅਰਮੈਨੀ, ਕੋਈ ਬੋਰਡ ਨਹੀਂ ਮਿਲੇਗਾ। ਅਗਰ ਮਿਲੇਗਾ ਪੰਜਾਬ ਦੇ ਕਾਂਗਰਸ ਦੇ ਕਾਰਜਕਰਤਾ ਨੂੰ ਮਿਲੇਗਾ। ਮੈਂ ਇਹ ਮੰਗਦਾ, ਪੰਚਾਇਤਾਂ ਦੇ 170 ਅਧਿਕਾਰ ਪੰਚਾਇਤਾਂ ਦੇ ਕੋਲ ਹੋਣਗੇ। ਟੈਕਸ ਲਾਉਣ ਦੇ ਅਧਿਕਾਰ ਪੰਚਾਇਤਾਂ ਦੇ ਕੋਲ ਹੋਣਗੇ। ਚਾਹੇ ਮਿਊਨਿਸਪੈਲਿਟੀਆਂ, ਚਾਹੇ ਪੰਚਾਇਤਾਂ, ਸਮਸਤ ਉન્નਤੀ ਦਾ ਆਧਾਰ ਆਤਮ ਨਿਰਤਾ। ਤੁਹਾਡੀ ਪੱਗ ਤੁਹਾਡੇ ਸਿਰ ਦੇ ਉੱਤੇ ਲਾਵਾਂਗੇ ਔਰ ਹਰ ਨਿਰਣੇ ਪਿੰਡ ਦਾ ਪੰਚਾਇਤ ਕਰੂਗੀ। ਆ ਜਮਾਨ ਦਿੰਦਾ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੇ। ਆਪਣੀ ਗੱਲ ਨਹੀਂ ਦੱਸਦਾ ਤੇ ਜਦੋਂ ਸਿੱਧੂ ਲੜਦਾ ਸੀ 1000 ਰੁਪਏ ਟਰਾਲੀ ਖਾਤਰ, ਸਭ ਸੱਤਾ ਮਾਣਦੇ ਸੀ। ਜਦੋਂ ਸਿੱਧੂ ਸ਼ਰਾਬ ਖਾਤਰ ਲੜਦਾ ਸੀ, ਜਦੋਂ ਸਿੱਧੂ ਕੇਬਲ ਖਾਤਰ ਲੜਦਾ ਸੀ, ਕੇਜਰੀਵਾਲ ਮਜੀਠੀਏ ਦੇ ਪੈਰ ਚੱਟ ਕੇ ਮਾਫੀ ਮੰਗਦਾ ਸੀ। ਬੋਲੋ ਯਾਦ ਹੈ ਕਿ ਨਹੀਂ ਹੈ? ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਫੇਰੀ ਹੋਈ ਹੈ ਪੰਜਾਬ ਦੀ, ਉਸ ਤੇ ਮੁੜ ਵਿਵਾਦ ਹੋਇਆ ਹੈ। 5 ਜਨਵਰੀ ਦੀ ਫੇਰੀ ਮੌਕੇ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਸੀ ਕਿ ਮੈਂ ਜਿਉਂਦਾ ਬਚ ਗਿਆ ਹਾਂ, ਸ਼ੁਕਰ ਹੈ। ਤੇ ਦੂਸਰੇ ਪਾਸੇ ਕਾਂਗਰਸ ਨੇ ਕਿਹਾ ਸੀ ਕਿ ਰੈਲੀ ਦੇ ਵਿੱਚ ਲੋਕ ਨਹੀਂ ਪਹੁੰਚੇ, ਇਸ ਕਰਕੇ ਉਹਨਾਂ ਨੇ ਡਰਾਮਾ ਕੀਤਾ। ਖੈਰ ਐਤਕੀ ਫੇਰ ਇੱਕ ਵਿਵਾਦ ਹੋਇਆ ਹੈ ਕਿਉਂਕਿ ਪੰਜਾਬ ਦੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈਲੀਕਾਪਟਰ ਉੱਡਣ ਨਹੀਂ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਆਉਣ ਕਰਕੇ ਚੰਨੀ ਭੜਕ ਗਏ। ਕਹਿੰਦੇ ਮੈਂ ਸੂਬੇ ਦਾ ਸੀਐਮ ਆ, ਕੋਈ ਅੱਤਵਾਦੀ ਨਹੀਂ ਹਾਂ। ਚੰਨੀ ਦਾ ਚੌਪਰ ਇੱਕ ਵਾਰੀ ਨਹੀਂ 2 ਵਾਰੀ ਰੋਕਿਆ ਗਿਆ ਤੇ ਰਾਹੁਲ ਗਾਂਧੀ ਦੀਆਂ ਰੈਲੀਆਂ ਦੇ ਵਿੱਚ ਚੰਨੀ ਪਹੁੰਚ ਨਹੀਂ ਸਕੇ, ਨਾ ਹੁਸ਼ਿਆਰਪੁਰ ਤੇ ਨਾ ਹੀ ਗੁਰਦਾਸਪੁਰ। ਨਵਾਂ ਵਿਵਾਦ ਜਿਹੜਾ ਖੜਾ ਹੋਇਆ ਹੈ ਉਸ ਨੂੰ ਲੈ ਕੇ ਮਾਮਲਾ ਭਖ ਗਿਆ ਹੈ। ਚੰਡੀਗੜ੍ਹ ਦੇ ਹੈਲੀਕਾਪਟਰ ਨੂੰ ਪਹਿਲਾਂ ਚੰਡੀਗੜ੍ਹ ਤੇ ਫਿਰ ਸੁਜਾਨਪੁਰ ਦੇ ਵਿੱਚ ਉਡਾਣ ਭਰਨ ਤੋਂ ਰੋਕਿਆ ਗਿਆ। ਚੰਨੀ ਪਹਿਲਾਂ ਜਲੰਧਰ ਜਾਣਾ ਚਾਹੁੰਦੇ ਸੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਸੀ। 2 ਵਾਰੀ ਹੈਲੀਕਾਪਟਰ ਰੋਕੇ ਜਾਣ ਤੇ ਉਹ ਭੜਕ ਗਏ ਤੇ ਚੰਨੀ ਦਾ ਜਿਹੜਾ
ਜਿਹੜਾ ਚੌਪਰ ਰੋਕਿਆ ਗਿਆ ਹੈ ਉਸ ਤੇ ਇਹ ਵੀ ਕਿਹਾ ਗਿਆ ਕਿ ਪੂਰੀ ਇਜਾਜ਼ਤ ਲਈ ਗਈ ਸੀ, ਪਰ ਇਸ ਤਰ੍ਹਾਂ ਕਿਉਂ ਕੀਤਾ ਗਿਆ ਕੋਈ ਪਤਾ ਨਹੀਂ। ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਨੋ ਫਲਾਈ ਏਰੀਆ ਜ਼ੋਨ ਹੈ ਜਿਹੜਾ ਉਹ ਐਲਾਨਿਆ ਗਿਆ ਪੰਜਾਬ ਨੂੰ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚੇ ਹੋਏ ਨੇ, ਸੁਨੀਲ ਜਾਖੜ ਨੇ ਐਨਆਈ ਨੂੰ ਦੱਸਿਆ ਕਿ ਮੁੱਖ ਮੰਤਰੀ ਦੇ ਚੌਪਰ ਨੂੰ ਉੱਡਣ ਦੀ ਆਗਿਆ ਨਹੀਂ ਮਿਲੀ। ਸੁਨੀਲ ਜਾਖੜ ਨੇ ਫਿਰ ਸਟੇਜ ਤੋਂ ਬੋਲਦਿਆਂ ਵੀ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਚੌਪਰ ਦੀ ਆਗਿਆ ਰੱਦ ਕੀਤੀ ਗਈ ਹੈ। ਸ਼ਰਮਨਾਕ ਹੋਏਗਾ ਜੇਕਰ ਚੋਣ ਕਮਿਸ਼ਨ ਇਸ ਦਾ ਨੋਟਿਸ ਨਹੀਂ ਲੈਂਦਾ। ਤੇ ਬੜੀ ਹੈਰਾਨੀ ਦੀ ਗੱਲ ਹੈ ਜਦੋਂ ਮੀਡੀਆ ਦੀਆਂ ਇਹ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਵੀ ਪਹੁੰਚ ਗਈਆਂ ਕਿ ਚੰਨੀ ਦਾ ਚੌਪਰ ਰੋਕ ਦਿੱਤਾ ਗਿਆ ਹੈ, ਤੇ ਪ੍ਰਧਾਨ ਮੰਤਰੀ ਨੇ ਸਟੇਜ ਤੋਂ ਇੱਕ ਹੋਰ ਤਰੀਕੇ ਦੇ ਨਾਲ ਗੱਲ ਕਹੀ। ਕਹਿੰਦੇ ਜਲੰਧਰ ਦੇ ਵਿੱਚ ਮੇਰਾ ਚੌਪਰ ਵੀ ਕਿਸੇ ਵੇਲੇ ਰੋਕਿਆ ਗਿਆ ਸੀ। ਇੱਕ ਪੁਰਾਣੇ ਪ੍ਰੋਗਰਾਮ ਨੂੰ ਯਾਦ ਕਰਦਿਆਂ ਮੋਦੀ ਨੇ ਕਿਹਾ ਕਿ ਮੈਂ ਜਲੰਧਰ ਦੇ ਮਸ਼ਹੂਰ ਦੇਵੀ ਤਲਾਬ ਮੰਦਿਰ ਜਾਣਾ ਚਾਹੁੰਦਾ ਸੀ, ਪਰ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਸੀ ਕਿ ਅਸੀਂ ਵਿਵਸਥਾ ਨਹੀਂ ਕਰ ਸਕਦੇ, ਪ੍ਰਬੰਧ ਨਹੀਂ ਕਰ ਸਕਦੇ। ਕਹਿੰਦੇ ਇਹ ਹਾਲ ਹੈ ਇੱਥੋਂ ਦੀ ਸਰਕਾਰ ਦਾ, ਪਰ ਮੈਂ ਮਾਤਾ ਨੂੰ ਬੇਨਤੀ ਕੀਤੀ ਸੀ ਕਿ ਮੈਂ ਉਹਨਾਂ ਦੇ ਦਰਸ਼ਨ ਕਰਨ ਲਈ ਜ਼ਰੂਰ ਆਵਾਂਗਾ। मेरी इच्छा थी कि इस कार्यक्रम के बाद देवी जी के चरणों में जाकर के नमन करूं, देवी जी का आशीर्वाद लूं, लेकिन यहां के प्रशासन ने, यहां की पुलिस ने हाथ ऊपर कर दिया। उन्होंने कहा हम व्यवस्था नहीं कर पाएंगे, आप हेलीकॉप्टर से ही चले जाइए। अब ये हाल है सरकार का यहां। लेकिन मैं मां के पास दोबारा जरूर आऊंगा, मां के चरणों में सर झुका के रहूंगा। ਇਹਨਾਂ ਰੈਲੀਆਂ ਤੋਂ ਪਹਿਲਾਂ ਹੀ ਤੜਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਤੋਂ ਲਾਈਵ ਹੋਏ ਅਤੇ ਉਹਨਾਂ ਨੇ ਆਮ ਆਦਮੀ ਪਾਰਟੀ ਉੱਤੇ ਕਈ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦੇਣ ਦਾ ਦੋਸ਼ ਲਾਇਆ, ਸਬੂਤਾਂ ਸਮੇਤ ਇਹ ਦੱਸਿਆ ਅਤੇ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ ਵੀ ਦਿੱਤੀ। ਭਗਵੰਤ ਮਾਨ ਨੂੰ ਸਿਰੇ ਦਾ ਪਿਛਲੱਗੂ ਦੱਸਿਆ ਕਿ ਭਗਵੰਤ ਮਾਨ ਸਿਰਫ ਤੇ ਸਿਰਫ ਸੀਐਮ ਬਣਨ ਦੀ ਖਾਤਰ ਜੋ ਦਿੱਲੀ ਵਾਲੇ ਕਹਿੰਦੇ ਨੇ ਉਹ ਕਰੀ ਜਾਂਦੇ ਨੇ। ਚੰਨੀ ਨੇ ਆਮ ਆਦਮੀ ਪਾਰਟੀ ਦੇ ਹਰ ਤੀਜੇ ਤੇ ਚੌਥੇ ਉਮੀਦਵਾਰ ਨੂੰ ਦਾਗੀ ਦੱਸਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 44 ਹੋਰ ਸਿਆਸੀ ਪਾਰਟੀਆਂ ਤੋਂ ਆਏ ਵਿਅਕਤੀਆਂ ਨੂੰ ਟਿਕਟਾਂ ਦਸੀਆਂ ਨੇ ਅਤੇ ਹਰ ਤੀਜੇ ਚੌਥੇ ਉਮੀਦਵਾਰ ਦੇ ਖਿਲਾਫ ਅਪਰਾਧਿਕ ਕੇਸ ਦਰਜ ਨੇ। ਚੰਨੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਵੀ ਕੀਤੇ ਕਿ ਜਦੋਂ ਸਾਡੀ ਮੁੜ ਕਾਂਗਰਸ ਸਰਕਾਰ ਬਣੂਗੀ ਤਾਂ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਮੁਫਤ ਸਿੱਖਿਆ ਤੇ ਪਹਿਲੇ ਹੀ ਸਾਲ 1 ਲੱਖ ਨੌਕਰੀਆਂ ਦੇਵਾਂਗੇ। ਇਹ ਵੱਡਾ ਵਾਅਦਾ ਉਹਨਾਂ ਨੇ ਕੀਤਾ ਹੈ। ਸਿੱਖਿਆ, ਸਿਹਤ ਤੇ ਕੱਚੇ ਮਕਾਨਾਂ ਨੂੰ ਪੱਕੇ ਕਰਨ ਬਾਰੇ ਹੋਰ ਕਈ ਯੋਜਨਾਵਾਂ ਦੇ ਐਲਾਨ ਕੀਤੇ ਨੇ। ਆਟਾ ਦਾਲ ਦੇ ਨਾਲ ਹਰ ਇੱਕ ਦੇ ਲਈ ਕਹਿੰਦੇ ਪੜ੍ਹਾਈ ਵੀ ਜ਼ਰੂਰੀ ਹੈ ਤੇ ਪੜ੍ਹਾਈ ਮਹਿੰਗੀ ਵੀ ਬਹੁਤ ਹੋ ਚੁੱਕੀ ਹੈ ਤੇ ਅਸੀਂ ਘੱਟ ਗਿਣਤੀਆਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵਿੱਦਿਆ ਮੁਫਤ ਦੇਵਾਂਗੇ ਹਰ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੇ ਵਿੱਚ। ਤੁਸੀਂ ਦੇਖੋ ਨਾ ਕਿ ਮੇਰੀ ਆਮਦਨ ਪ੍ਰਾਪਰਟੀ ਕਹਿੰਦੇ ਜੀ ਚੰਨੀ ਦੀ 170 ਕਰੋੜ ਦੀ ਪ੍ਰਾਪਰਟੀ ਉਹਨੇ ਐਫੀਡੇਵਿਟ ਦਿੱਤਾ ਹੈ। ਤੁਸੀਂ ਐਵੀਡੈਂਟ ਦੇਖ ਲਓ ਕਿੰਨੇ ਦੀ ਪ੍ਰਾਪਰਟੀ ਹੈ। 2-4 ਕਰੋੜ ਨੂੰ 170 ਕਰੋੜ ਦੱਸਣ ਲੱਗੇ। ਕਿਸੇ ਗੱਲ ਪਰ ਤਾਂ ਖੜਨ ਝੂਠ ਪਰ ਬੁਨਿਆਦ ਕਿਉਂ ਕਰ ਰਹੇ? ਇਹ ਲੋਕ ਸਮਝ ਕੇ ਅਨਪੜ੍ਹ ਲੋਕ ਹੈ ਪੰਜਾਬ ਦੇ, ਜੋ ਅਸੀਂ ਬੋਲਦੇ ਸੁਣੀ ਜਾਂਦੇ ਆ ਔਰ ਅਸੀਂ ਉਹਦੀ ਮੰਨੀ ਜਾਂਦੇ ਹਾਂ। ਇਸ ਲਈ ਮੈਂ ਤੁਹਾਨੂੰ ਸਾਰਿਆਂ ਵੀਰ ਜੀ 1 ਮਿੰਟ ਮੇਰੀ ਗੱਲ ਸੁਣ ਲਓ। ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੜਾ ਝੂਠ ਦਾ ਵਪਾਰ ਇਹਨਾਂ ਨੇ ਸ਼ੁਰੂ ਕੀਤਾ ਵਾ, ਕਦੇ ਈਡੀ ਨਾਲ ਮੇਰਾ ਨਾਮ ਜੋੜ ਦਿੰਦੇ, ਕਦੇ ਰੇਤੇ ਨਾਲ ਮੇਰਾ ਜੋੜ ਦਿੰਦੇ। ਅੱਜ ਮੇਰੀ ਪ੍ਰਾਪਰਟੀ 170 ਕਰੋੜ ਦੀ ਬਣਾਤੀ। ਮੈਂ ਚੈਲੰਜ ਕਰਨਾ, ਚਲੋ ਇਹ ਭਗਵੰਤ ਮਾਨ ਆਪਣੀ ਪ੍ਰਾਪਰਟੀ ਮੈਨੂੰ ਦੇ ਦੇਵੇ, ਮੇਰੀ ਆਪ ਲੈ ਲਵੇ। ਜੇ ਮੇਰੀ 170 ਕਰੋੜ ਦੀ ਕਰੇ ਤਾਂ ਸਹੀ ਨਾ। 25 ਏਕੜ ਜ਼ਮੀਨ ਹੈ ਇਹਦੇ ਪਾ, ਮੇਰੇ ਪਤਾ ਸਿਆੜ ਵੀ ਨਹੀਂ ਹੈ। 25 ਏਕੜ ਮੈਨੂੰ ਆ ਜਾਣੀ ਉੱਟੀ ਕਿ ਚਾਹੇ ਕੇਜਰੀਵਾਲ ਚਾਹੇ ਭਗਵੰਤ ਮਾਨ ਆਪਣੀ ਪ੍ਰਾਪਰਟੀ ਮੇਰੇ ਨਾਲ ਐਕਸਚੇਂਜ ਕਰ ਲਵੇ। ਬਿਜਲੀ ਦੇ ਬਿੱਲ ਮਾਫ ਕੀਤੇ, ਪਾਣੀ ਦੇ ਮਾਫ ਕੀਤੇ, ਪੈਟਰੋਲ ਘਟਾਇਆ, ਡੀਜ਼ਲ ਘਟਾਇਆ, ਹਰ ਘਰ ਨੂੰ ਰਾਹਤ ਮਿਲੀ ਹੈ। ਜਨਰਲ ਕੈਟਾਗਰੀ ਕਮਿਸ਼ਨ ਬਣਾਇਆ, ਭਗਵਦ ਗੀਤਾ ਰਮਾਇਣ ਤੇ ਅਧਿਐਨ ਸੈਂਟਰ ਖੋਲ੍ਹਿਆ, ਗੁਰੂ ਰਵਿਦਾਸ ਜੀ ਤੇ ਅਧਿਐਨ ਸੈਂਟਰ ਖੋਲ੍ਹੇ। ਸੋ ਅਸੀਂ ਹਰ ਵਰਗ ਦੇ ਕੰਮ ਕੀਤੇ ਤੇ ਕਰ ਰਹੇ ਹਾਂ। ਮੈਂ ਫਿਰ ਕਹਿ ਰਿਹਾ ਜੀ, ਅਸੀਂ ਸਰਕਾਰੀ ਸਕੂਲ, ਕਾਲਜ, ਯੂਨੀਵਰਸਿਟੀਆਂ 'ਚ ਫਰੀ ਐਜੂਕੇਸ਼ਨ ਦੇਣੀ ਹੈ ਤੇ ਦੂਸਰਿਆਂ ਵਾਸਤੇ ਬਾਹਰਲਿਆਂ ਵਾਸਤੇ ਸਕਾਲਰਸ਼ਿਪ ਸਕੀਮ ਲੈ ਕੇ ਆਈ ਹੈ। ਐਸਸੀ ਸਕਾਲਰਸ਼ਿਪ, BC ਸਕਾਲਰਸ਼ਿਪ, ਜਨਰਲ ਕੈਟਾਗਰੀ ਸਟੂਡੈਂਟ ਸਕਾਲਰਸ਼ਿਪ ਅਸੀਂ ਚਲਾ ਰਹੇ। ਉਧਰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਫਿਰ ਆਪਣਾ ਰੋਣਾ ਰੋਇਆ ਹੈ ਤੇ ਉਹ ਵਿਰੋਧੀ ਪਾਰਟੀਆਂ ਤੇ ਖੂਬ ਵਰੇ ਨੇ। ਕੇਜਰੀਵਾਲ ਨੇ ਕਿਹਾ ਹੈ ਕਿ ਸਾਰੇ ਮੈਨੂੰ ਨਿਸ਼ਾਨਾ ਬਣਾ ਰਹੇ ਨੇ ਰਲ ਮਿਲ ਕੇ। ਸਾਰੀਆਂ ਪਾਰਟੀਆਂ ਦੇ ਲੀਡਰ ਕਹਿੰਦੇ ਸਿਰਫ ਤੇ ਸਿਰਫ ਮੈਨੂੰ ਤੇ ਭਗਵੰਤ ਮਾਨ ਨੂੰ ਹੀ ਗਾਲਾਂ ਕੱਢ ਰਹੇ ਨੇ। ਅਮਿਤ ਸ਼ਾਹ ਨੇ ਵੀ ਸਿਰਫ ਮੈਨੂੰ ਤੇ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢੀਆਂ। ਚੰਨੀ ਸਾਹਿਬ ਤਾਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਿਰਫ ਮੈਨੂੰ ਤੇ ਭਗਵੰਤ ਮਾਨ ਨੂੰ ਹੀ ਗਾਲਾਂ ਦਿੰਦੇ
ਲੈਂਦੇ ਨੇ। ਸੁਖਬੀਰ ਬਾਦਲ ਦਾ ਤਾਂ ਨਾਮ ਵੀ ਨਹੀਂ ਲੈਂਦੇ। ਸੁਖਬੀਰ ਬਾਦਲ ਵੀ ਸਿਰਫ ਮੈਨੂੰ ਤੇ ਭਗਵੰਤ ਮਾਨ ਨੂੰ ਹੀ ਗਾਲਾਂ ਕੱਢਦੇ ਨੇ, ਉਹ ਵੀ ਚੰਨੀ ਦਾ ਨਾਮ ਨਹੀਂ ਲੈਂਦੇ। ਪ੍ਰਿਯੰਕਾ ਗਾਂਧੀ ਨੇ ਵੀ ਸਿਰਫ ਮੈਨੂੰ ਹੀ ਗਾਲਾਂ ਕੱਢੀਆਂ ਨੇ। ਕਹਿੰਦੇ ਇੰਜ ਲੱਗਦਾ ਜਿਵੇਂ ਸਾਰੇ ਇਕੱਠੇ ਹੋ ਕੇ ਇੱਕੋ ਹੀ ਭਾਸ਼ਾ ਬੋਲ ਰਹੇ ਨੇ ਤੇ ਸਾਨੂੰ ਹੀ ਗਾਲਾਂ ਕੱਢ ਰਹੇ ਨੇ। ਕੇਜਰੀਵਾਲ ਨੇ ਕਿਹਾ ਕਿ ਸਾਡੀ ਜਿਹੜੀ ਗਲਤੀ ਉਹ ਸਿਰਫ ਤੇ ਸਿਰਫ ਇਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਸਕੂਲਾਂ ਤੇ ਹਸਪਤਾਲਾਂ ਨੂੰ ਬਿਹਤਰ ਕਰਨ, ਲੋਕਾਂ ਨੂੰ ਨੌਕਰੀਆਂ ਦੇਣ ਤੇ ਬੇਅਦਬੀ ਮਾਮਲਿਆਂ ਵਿੱਚ ਨਿਆਂ ਯਕੀਨੀ ਬਣਾਉਣ ਦੀ ਗੱਲ ਕਰਦੇ ਹਾਂ। चन्नी साहब सुबह उठते हैं और शाम को सोने तक केवल मेरे को और भगवंत मान को गालियां देते हैं। बादल, सुखबीर बादल का नाम भी नहीं लेते। सुखबीर बादल साहब केवल और मेरे को और भगवंत मान को गालियां देते हैं, वो चन्नी साहब का कभी नाम ले लेते हैं। प्रियंका गांधी आई, केवल मेरे को गालियां दे रही थी। ऐसे लगता है जैसे ये सारे इकट्ठे हो गए हैं। हमारा कसूर क्या है? इनको डर है कि अगर आम आदमी पार्टी की सरकार बन गई तो इनकी परमानेंटली लूट खत्म हो जाएगी, फिर इनको लूटने के मौके नहीं मिलेंगे। ਪੰਜਾਬ ਦੇ 2 ਵਾਰੀ ਮੁੱਖ ਮੰਤਰੀ ਰਹੇ ਤੇ ਹੁਣ ਬੀਜੇਪੀ ਦੇ ਨਾਲ ਗੱਠਜੋੜ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦੇ ਲਈ ਮੁਕਾਬਲਾ ਇਸ ਵਾਰੀ ਮੁਸ਼ਕਿਲ ਹੈ। ਉਹਨਾਂ ਨੇ ਕਿਸੇ ਜਾਤੀ ਜਾਂ ਭਾਈਚਾਰੇ ਦੇ ਆਧਾਰ ਤੇ ਨਹੀਂ ਬਲਕਿ ਲੋਕਾਂ ਨੂੰ ਸਮਰੱਥਾ ਦੇ ਆਧਾਰ ਤੇ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਨੇ ਕਿ ਭਗਵੰਤ ਮਾਨ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਆਪਣਾ ਪੱਖ ਲੋਕਾਂ ਦੇ ਮੂਹਰੇ ਰੱਖਣ। ਹਰਸਿਮਰਤ ਕੌਰ ਬਾਦਲ ਅਮਰਗੜ੍ਹ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਹੋਏ ਸੀ। ਲੋਕਤੰਤਰ ਦੇ ਮੰਦਿਰ 'ਚ ਸਵੇਰੇ 11 ਵਜੇ ਸ਼ਰਾਬ ਪੀ ਕੇ ਆਂਦਾ ਹੈ। ਇਹਨੇ ਸੂਬੇ ਦੀ ਕੀ ਰਖਵਾਲੀ ਕਰਨੀ ਹੈ ਤੇ ਸੂਬੇ ਦੀ ਕੀ ਅਗਵਾਈ ਕਰਨੀ ਹੈ, ਆਪਾਂ ਨੂੰ ਸੋਚਣ ਦੀ ਲੋੜ ਹੈ। ਆ ਹਰੇ ਭਰੇ ਤੁਹਾਡੇ ਖੇਤ, ਆ ਪਾਣੀ ਜੇ ਕੇਜਰੀਵਾਲ ਦੀ ਸਰਕਾਰ ਬਣ ਗਈ ਤੇ ਇਹ ਪਾਣੀ ਉਹ ਜੇ ਦਿੱਲੀ ਲੈ ਗਿਆ, ਨਾ ਇਹ ਖੇਤ ਰਹਿਣਗੇ ਜਦ ਇਹ ਨਹਿਰਾਂ ਸੁੱਕ ਜਾਣਗੀਆਂ, ਨਾ ਇਹ ਫਸਲ ਰਹਿਣਗੇ, ਨਾ ਵਾਟਰ ਵਰਕਸ 'ਚ ਪਾਣੀ ਹੋਗਾ, ਨਾ ਤੁਹਾਡੇ ਟੂਟੀਆਂ 'ਚ ਕੋਈ ਪਾਣੀ ਆਊਗਾ। ਇਹ ਲੜਾਈ ਲੜ ਰਿਹਾ ਹੈ ਤੇ क्यों नहीं बोलता है केजरीवाल या भगवंत मान कि ये हलफनामा वापस लेता है कि अजय भी लड़ाई जारी हैगी? ਇਹਦੇ ਬਾਰੇ ਕਿਉਂ ਨਹੀਂ ਚਰਚਾ ਕਰਦੇ ਨੇ? ਹਰਸਿਮਰਤ ਕੌਰ ਬਾਦਲ ਦੇ ਭਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਦੇ ਨਾਲ ਪੂਰੀ ਫਾਈਟ ਦੇ ਵਿੱਚ ਨੇ ਜਿਹੜੇ ਉਹ ਭਾਵੁਕ ਨਜ਼ਰ ਆਏ। ਸਟੇਜ ਤੇ ਭਾਸ਼ਣ ਦੌਰਾਨ ਬਿਕਰਮ ਮਜੀਠੀਆ ਨੇ ਮਾਂ ਦਾ ਜ਼ਿਕਰ ਕੀਤਾ ਤੇ ਅੱਖਾਂ ਦੇ ਵਿੱਚ ਹੰਝੂ ਦੇਖੇ ਗਏ। ਮਜੀਠੀਆ ਨੇ ਕਿਹਾ ਕਿ ਮੇਰੀ ਮਾਤਾ ਵੀਲ ਚੇਅਰ ਤੇ ਹੈ, ਚੋਣ ਪ੍ਰਚਾਰ ਦੇ ਵਿੱਚ ਨਹੀਂ ਆ ਸਕੀ, ਪਰ ਇੱਥੇ ਇੰਨੇ ਵੱਡੇ ਇਕੱਠ ਦੇ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਮੈਨੂੰ ਆਸ਼ੀਰਵਾਦ ਦੇਣ ਆਈਆਂ ਨੇ, ਹੋਰ ਮੈਨੂੰ ਕੀ ਚਾਹੀਦਾ? ਇਹ ਔਰਤਾਂ ਵੀ ਮੇਰੀਆਂ ਮਾਵਾਂ ਨੇ। ਸੋ ਚੋਣਾਂ ਦੇ ਇਹ ਰੰਗ ਜਿਹੜੇ ਵੱਖਰੇ ਦਿਖ ਰਹੇ ਨੇ, ਕੋਈ ਕਿਸੇ ਤਰੀਕੇ ਨੂੰ ਅਪਣਾ ਰਿਹਾ ਹੈ ਤੇ ਕੋਈ ਲੋਕਾਂ ਨੂੰ ਭਾਵੁਕ ਕਰਨ ਵਰਗੇ ਤਰੀਕੇ ਨੇ ਜਿਹੜੇ ਉਹ ਵੀ ਅਪਣਾ ਰਿਹਾ ਹੈ, ਕਿਉਂਕਿ ਇਹ ਆਮ ਇੱਕ ਮਾਨਸਿਕਤਾ ਹੁੰਦੀ ਹੈ ਕਿ ਜਿਹੜਾ ਵਿਚਾਰਾ ਲੀਡਰ ਹੁੰਦਾ ਹੈ ਜਾਂ ਆਪਣੇ ਆਪ ਨੂੰ ਵਿਚਾਰਾ ਬਣਾ ਕੇ ਪੇਸ਼ ਕਰਦਾ ਹੈ, ਕੋਈ ਭਾਵੁਕ ਗੱਲ ਕੀਤੀ ਜਾਂਦੀ ਹੈ ਆਪਣੀ ਫੈਮਿਲੀ ਦੇ ਨਾਲ ਸੰਬੰਧਿਤ, ਤਾਂ ਲੋਕਾਂ ਦੇ ਮਨ ਦੇ ਵਿੱਚ ਉਹਦੇ ਲਈ ਕੁਛ ਨਾ ਕੁਛ ਤਰਸ ਤਾਂ ਜ਼ਰੂਰ ਆਉਂਦਾ ਹੈ। ਮਜੀਠੀਆ ਨੇ ਐਲਾਨ ਵੀ ਕੀਤਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਦੀ ਹੈ ਪੰਜਾਬ ਦੇ ਵਿੱਚ ਤਾਂ ਬੱਚਿਆਂ ਦੀ ਪੜ੍ਹਾਈ ਲਈ 10 ਲੱਖ ਰੁਪਏ ਦਾ ਅਸੀਂ ਲੋਨ ਦੇਾਂਗੇ। ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਤੇ ਵੀ ਨਿਸ਼ਾਨੇ ਸਾਧੇ, ਕਿਹਾ ਕਿ ਤੁਹਾਨੂੰ ਤਾਂ ਰਾਹੁਲ ਗਾਂਧੀ ਨੇ ਪਾਰਟੀ ਦਾ ਨਹੀਂ ਸਮਝਿਆ ਤਾਂ ਪੰਜਾਬ ਦੇ ਲੋਕ ਤੁਹਾਨੂੰ ਆਪਣਾ ਕਿੱਥੇ ਸਮਝ ਲੈਣ। ਮੇਰੀ ਮਾਤਾ ਮੇਰੀ ਇਲੈਕਸ਼ਨ ਲਈ ਕਦੇ ਆਉਂਦੀ ਨਹੀਂ ਹੁੰਦੀ, ਮੇਰੀ ਮਾਤਾ ਤੁਰ ਫਿਰ ਵੀ ਨਹੀਂ ਸਕਦੀ, ਚਲੋ ਗੁਰੂ ਕਿਰਪਾ ਕਰੇ, ਮਗਰ ਮੇਰੀ ਮਾਤਾ ਮੈਨੂੰ ਹਮੇਸ਼ਾ ਕਹਿੰਦੀ ਹੈ ਕਾਕਾ ਮੈਂ ਤੇਰੇ ਲਈ ਵੋਟ ਨਹੀਂ ਪਾ ਸਕਦੀ, ਮਗਰ ਮੈਂ ਤੇਰੇ ਲਈ ਅਰਦਾਸ ਜ਼ਰੂਰ ਕਰ ਸਕਦੀ। ਔਰ ਮੈਂ ਹਮੇਸ਼ਾ ਆਪਦੀ ਮਾਤਾ ਨੂੰ ਕਹਿੰਦਾ ਕਿ ਮਾਤਾ ਤੇਰੀ ਜੋ ਸ਼ਕਤੀ ਜਿਹੜੀ ਤੇਰੀ ਅਰਦਾਸਾਂ 'ਚ ਹੈ ਨਾ, ਉਹ ਮੈਨੂੰ ਵੋਟ 'ਚ ਵੀ ਨਹੀਂ ਮਿਲਣੀ, ਤੂੰ ਪਤਾ ਨਹੀਂ ਕਿੰਨੀਆਂ ਵੋਟਾਂ ਮੈਨੂੰ ਪਾ ਦੇਣੀ। ਅੱਜ ਜਦ ਤੁਸੀਂ ਇੱਥੇ ਬੈਠੇ ਹੋ ਮੈਨੂੰ ਇਹ ਮਹਿਸੂਸ ਹੁੰਦਾ ਕਿ ਮੇਰੀ ਮਾਂ ਮੇਰੇ ਵਿੱਚ ਬੈਠੀ ਆ, ਮੈਨੂੰ ਪਿਆਰ ਦੇਣ ਵਾਸਤੇ ਬੈਠੀ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਵਾਸੀ ਪੰਜਾਬੀਆਂ ਦੇ ਇੱਕ NRI ਇਕੱਠ ਦਾ ਸਮਰਥਨ ਹਾਸਲ ਕੀਤਾ ਹੈ ਤੇ ਉਹਨਾਂ ਨੂੰ ਨਵੇਂ ਪੰਜਾਬ ਦੀ ਸਿਰਜਣਾ ਦੇ ਲਈ ਸਹਿਯੋਗ ਕਰਨ ਲਈ ਵੀ ਕਿਹਾ ਹੈ। ਆਪਣੇ ਪੰਜਾਬ ਮਾਡਲ ਦੀ ਗੱਲ ਕੀਤੀ ਹੈ ਅਤੇ ਸਾਰਿਆਂ ਨੂੰ ਕਿਹਾ ਕਿ ਮੈਂ ਭਾਵੇਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ ਪਰ ਪੰਜਾਬ ਦੇ ਸੁਨਹਿਰੇ ਭਵਿੱਖ ਦੇ ਲਈ ਮੈਂ ਲਗਾਤਾਰ ਲੜਾਈ ਲੜਾਂਗਾ। ਜਿਹੜੇ ਵੀ ਲੋਕ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਜਿਹੜੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਉਹ ਪੰਜਾਬ ਮਾਡਲ ਦਾ ਸਾਥ ਦੇਣ। ਸਿੱਧੂ ਨੇ ਕਿਹਾ ਕਿ NRI ਜਿਹੜੇ ਪੰਜਾਬੀ ਨੇ ਸਾਡੇ ਭਰਾ, ਉਹ ਚੋਣ ਫੰਡ ਦੇਣ ਦੀ ਥਾਂ ਆਪੋ ਆਪਣੇ ਰਿਸ਼ਤੇਦਾਰਾਂ ਤੇ ਸਮਰਥਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਨ, ਕਿਉਂਕਿ ਮੇਰੀ ਲੜਾਈ ਹੈ ਜਿਹੜੀ ਉਹ ਮਾਫੀਆ ਰਾਜ ਦੇ ਖਿਲਾਫ ਹੈ ਜਿਨ੍ਹਾਂ ਨੇ ਪੰਜਾਬ ਨੂੰ ਗਹਿਣੇ ਧਰ ਦਿੱਤਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕਾਂਗਰਸ ਪਾਰਟੀ
ਤੇ ਖੂਬ ਨਿਸ਼ਾਨੇ ਕਸੇ, ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਲੋਕਾਂ ਦੇ ਨਾਲ ਧੋਖਾ ਕੀਤਾ ਹੈ ਤੇ ਬਖਸ਼ਿਆ ਆਮ ਆਦਮੀ ਪਾਰਟੀ ਨੂੰ ਵੀ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਨੇ ਕਿਸੇ ਆਮ ਬੰਦੇ ਨੂੰ ਟਿਕਟ ਨਹੀਂ ਦਿੱਤੀ ਹੈਗੀ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਨੇ ਕੇਜਰੀਵਾਲ ਦੀਆਂ 1 ਸਾਲ ਮਿਹਨਤਾਂ ਕੀਤੀਆਂ ਨੇ ਤਾਂ ਜਾ ਕੇ ਉਹਨਾਂ ਨੂੰ ਸੀਐਮ ਚਿਹਰਾ ਐਲਾਨਿਆ ਗਿਆ ਹੈ ਤੇ ਇਹਨਾਂ ਦੇ 117 ਉਮੀਦਵਾਰਾਂ ਦੇ ਵਿੱਚੋਂ 65 ਉਮੀਦਵਾਰ ਤਾਂ ਉਹ ਨੇ ਜਿਹੜੇ ਦਲ ਬਦਲੂ ਨੇ। ਮਿਹਨਤੀ ਉਮੀਦਵਾਰਾਂ ਨੂੰ ਇਹਨਾਂ ਨੇ ਇਗਨੋਰ ਕੀਤਾ ਹੈ ਤੇ ਬਾਕੀਆਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ ਨੇ। ਉਧਰ ਸੰਯੁਕਤ ਸੰਘਰਸ਼ ਪਾਰਟੀ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਦੇ ਮੁਹਾਲੀ ਦਫ਼ਤਰ ਤੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਹੈ। ਅਣਪਛਾਤੇ ਨੌਜਵਾਨਾਂ ਨੇ ਚੜੂਨੀ ਦੇ ਮੁਹਾਲੀ ਦਫ਼ਤਰ ਦੀ ਭੰਨਤੋੜ ਕੀਤੀ। 2 ਨੌਜਵਾਨ ਜਿਹੜੇ ਦਫ਼ਤਰ 'ਚ ਬੈਠੇ ਸੀ ਉਹਨਾਂ ਦੀ ਕੁੱਟਮਾਰ ਵੀ ਕੀਤੀ। ਜ਼ਖਮੀ ਨੌਜਵਾਨ ਹਸਪਤਾਲ ਦੇ ਵਿੱਚ ਦਾਖਲ ਨੇ। ਖਬਰ ਬੜੇ ਹੀ ਅਹਿਮ ਮੁੱਦੇ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਵਿੱਚ ਵੋਟਾਂ ਦੀ ਹੀ ਗੱਲ ਹੋ ਰਹੀ ਹੈ ਤੇ ਵੋਟਾਂ ਦੇ ਵਿੱਚ ਵੋਟਾਂ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਨੇ। ਇਹ ਕਿਸੇ ਤੋਂ ਵੀ ਲੁਕੀ ਹੋਈ ਗੱਲ ਨਹੀਂ ਹੈ ਤੇ ਚੋਣ ਕਮਿਸ਼ਨ ਹੁਣ ਉਹਨਾਂ ਹਲਕਿਆਂ ਦੇ ਉੱਤੇ ਉਹਨਾਂ ਉਮੀਦਵਾਰਾਂ ਤੇ ਨਜ਼ਰ ਰੱਖੇਗਾ ਜਿੱਥੇ-ਜਿੱਥੇ ਵੋਟਾਂ ਖਰੀਦੇ ਤੇ ਵੇਚੇ ਜਾਣ ਦਾ ਸ਼ੱਕ ਹੈ। ਪੰਜਾਬ ਦੇ 17 ਵਿਧਾਨ ਸਭਾ ਹਲਕਿਆਂ ਦੇ ਵਿੱਚ ਪੈਸੇ ਤੇ ਨਸ਼ੇ ਦੀ ਵਰਤੋਂ ਹੋਣ ਦੀ ਸੰਭਾਵਨਾ ਹੈ ਤੇ ਚੋਣ ਕਮਿਸ਼ਨ ਨੇ ਦਰਜਨਾਂ ਹਲਕਿਆਂ ਦੀ ਸ਼ਨਾਖਤ ਕਰ ਲਈ ਹੈ ਜਿੱਥੇ-ਜਿੱਥੇ ਵੋਟਾਂ ਦੀ ਖਰੀਦੋ ਫਰੋਖਤ ਹੋਣ ਦਾ ਖਦਸ਼ਾ ਹੈ। ਬਹੁਤੇ ਹਲਕਿਆਂ ਦੇ ਵਿੱਚ ਫਸਵੇਂ ਮੁਕਾਬਲੇ ਬਣੇ ਹੋਏ ਨੇ ਜਿੱਥੇ ਪੈਸੇ ਦਾ ਜ਼ੋਰ ਹੈ ਜਿਹੜਾ ਉਹ ਪ੍ਰਭਾਵਿਤ ਕਰ ਸਕਦਾ ਹੈ ਨਤੀਜਿਆਂ ਨੂੰ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਬਾਜ਼ੀ ਇੱਕਦਮ ਪਲਟ ਦਿੰਦੇ ਨੇ ਪੈਸੇ ਜਿੱਥੇ ਚੱਲਦੇ ਨੇ। ਉਮੀਦਵਾਰ ਕਰੋੜਾਂ ਰੁਪਏ ਨੇ ਜਿਹੜੇ ਉਹ ਵੋਟਾਂ ਖਰੀਦਣ ਤੇ ਲਾ ਦਿੰਦੇ ਨੇ। ਚੋਣ ਕਮਿਸ਼ਨ ਨੇ 5 ਸੂਬਿਆਂ ਦੀਆਂ ਚੋਣਾਂ ਦੇ ਵਿੱਚ 403 ਹਲਕੇ ਸੂਚੀਬੱਧ ਕੀਤੇ ਨੇ। ਇਹਨਾਂ ਦੇ ਵਿੱਚੋਂ ਪੰਜਾਬ ਦੇ 17 ਵਿਧਾਨ ਸਭਾ ਹਲਕੇ ਸ਼ਾਮਲ ਨੇ ਜਿੱਥੇ ਪੈਸੇ ਤੇ ਨਸ਼ੇ ਦੀ ਵਰਤੋਂ ਹੋ ਸਕਦੀ ਹੈ ਤੇ ਚੋਣ ਕਮਿਸ਼ਨ ਉਹਨਾਂ ਹਲਕਿਆਂ ਤੇ ਵੀ ਪੈਣੀ ਨਜ਼ਰ ਰੱਖੇਗਾ ਜਿੱਥੇ ਦੌਲਤਮੰਦ ਉਮੀਦਵਾਰਾਂ ਦੀ ਟੱਕਰ ਹੈ, ਯਾਨੀ ਕਿ ਕਰੋੜਾਂਪਤੀ ਨੇ ਜਿਹੜੇ ਉਮੀਦਵਾਰ, ਉਹਨਾਂ ਤੇ ਪੂਰੀ ਨਜ਼ਰ ਹੈ ਜਿਹੜੀ ਰਹੇਗੀ। ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿਹਾ ਜਾ ਰਿਹਾ, ਸੁਣਿਆ ਵੀ ਜਾ ਰਿਹਾ ਹੈ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰਾਂ ਨੇ ਅੰਦਰ ਖਾਤੇ ਆਪਣੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਤੇ 2 ਦਿਨ ਪਹਿਲਾਂ ਸਾਰੀ ਗੇਮ ਹੈ ਜਿਹੜੀ ਵੋਟਾਂ ਦੀ ਉਹ ਚੇਂਜ ਹੋ ਜਾਂਦੀ ਹੈ, ਬਦਲ ਜਾਂਦੀ ਹੁੰਦੀ ਹੈ ਕਹਾਣੀ। ਸਾਰੇ ਸਿਆਸੀ ਸਮੀਕਰਨ ਉਲਟੇ ਸਿੱਧੇ ਹੋ ਜਾਂਦੇ ਨੇ ਜਿਹੜੇ ਚੋਣਾਂ ਤੋਂ ਪਹਿਲਾਂ ਬਣੇ ਹੋਏ ਹੁੰਦੇ ਨੇ ਤੇ ਪੈਸਾ ਇਹਨਾਂ ਸਮੀਕਰਨਾਂ ਨੂੰ ਇੱਕਦਮ ਬਦਲ ਕੇ ਰੱਖ ਦਿੰਦਾ ਹੈ। ਤੇ 5 ਦਿਨ ਪਹਿਲਾਂ ਹੀ ਕੁਝ ਅਜਿਹੀਆਂ ਸੀਟਾਂ ਦੀ ਜਾਣਕਾਰੀ ਮਿਲ ਰਹੀ ਹੈ ਜਿੱਥੇ ਇੱਕ ਪਾਰਟੀ ਜਿਹਦੀ ਹਵਾ ਵਗ ਰਹੀ ਸੀ ਉਹ ਮੂਹਰੇ ਸੀ ਤਾਂ ਉਹ ਹੁਣ ਤੀਜੇ ਨੰਬਰ ਤੇ ਆ ਕੇ ਡਿੱਗ ਪਈ ਹੈ ਤੇ ਪੈਸਿਆਂ ਦਾ ਹੀ ਇਹ ਸਾਰਾ ਮਾਇਆ ਜਾਲ ਹੈ ਜਿਹਦੇ ਕਾਰਨ ਵੋਟਰ ਨੇ ਜਿਹੜੇ ਉਹ ਪ੍ਰਭਾਵਿਤ ਹੁੰਦੇ ਨੇ ਤੇ ਵੋਟਰ ਪੈਸਿਆਂ ਦੇ ਮਾਇਆ ਜਾਲ ਕਰਕੇ ਇਸ ਕਰਕੇ ਪ੍ਰਭਾਵਿਤ ਹੁੰਦੇ ਨੇ। ਇੱਕ ਤਾਂ ਉਹਨਾਂ ਦੇ ਸਾਹਮਣੇ ਜਦੋਂ ਲਾਲਚ ਰੱਖਿਆ ਜਾਂਦਾ, ਦੂਸਰੇ ਪਾਸੇ ਦੂਸਰਾ ਜਿਹੜਾ ਵੱਡਾ ਕਾਰਨ ਹੈ ਕਿ ਪੰਜਾਬ ਦੇ ਇੱਕ ਜਿਹੜੇ ਲੋਕ ਹੈਗੇ ਨੇ, ਲੋੜਵੰਦ ਲੋਕ ਨੇ ਜਾਂ ਫਿਰ ਪੰਜਾਬ ਦੀ ਆਰਥਿਕਤਾ ਇਸ ਵਕਤ ਇਸ ਕਦਰ ਮੁੱਦੇ ਮੂੰਹ ਡੇਗ ਦਿੱਤੀ ਹੈ, ਬੇਰੁਜ਼ਗਾਰੀ ਹੈ ਜਾਂ ਫਿਰ ਨਸ਼ੇ ਨੇ, ਇਹੋ ਜਿਹੀਆਂ ਅਲਾਮਤਾਂ ਪੰਜਾਬੀਆਂ ਦੇ ਸਿਰ ਮੜ ਦਿੱਤੀਆਂ ਗਈਆਂ ਨੇ। ਉਸ ਦਲਦਲ ਦੇ ਵਿੱਚ ਧੱਕ ਦਿੱਤਾ ਗਿਆ ਹੈ ਇੱਥੋਂ ਦੇ ਲੋਕਾਂ ਨੂੰ ਕਿ ਉਹ ਬਦੋ-ਬਦੀ ਇੱਕ ਹੀ ਚੀਜ਼ ਵੱਲ ਦੇਖਦੇ ਨੇ ਤੇ ਇੱਕ ਜਿਹੜਾ ਇੱਥੋਂ ਦੀਆਂ ਸਰਕਾਰਾਂ ਦਾ ਇਮਾਨਦਾਰ ਨਾ ਹੋਣਾ ਇਹ ਵੀ ਇੱਕ ਵੱਡਾ ਕਾਰਨ ਹੈ। 5 ਸਾਲ ਸਰਕਾਰਾਂ ਰਾਜ ਕਰਦੀਆਂ ਨੇ, ਲੋਕਾਂ ਦੇ ਲਈ ਨਹੀਂ ਕੁਝ ਕਰਦੀਆਂ ਤਾਂ ਉਹਨਾਂ ਨੂੰ ਹੁੰਦਾ ਕਿ 5 ਸਾਲ ਤਾਂ ਇਹਨਾਂ ਨੇ ਕੁਝ ਕਰਨਾ ਨਹੀਂ, ਕੁਝ ਦੇਣਾ ਨਹੀਂ ਤੇ ਹੁਣ ਹੀ ਲੈ ਲਓ, ਹੁਣ ਮੌਕਾ ਹੈਗਾ, ਆਪਦੀ ਵੋਟ ਹੈ ਜਿਹੜੀ ਉਹ ਵੇਚ ਦਿੰਦੇ ਨੇ। ਇਹ ਸੱਚਾਈ ਹੈਗੀ ਹੈ ਤੇ ਇਹ ਸਾਨੂੰ ਸਭ ਨੂੰ ਮੰਨਣੀ ਪਏਗੀ ਕਿ ਪੈਸੇ ਤੇ ਨਸ਼ੇ ਦੀ ਖੇਡ ਹੈ ਜਿਹੜੀ ਉਹ ਚੱਲਦੀ ਹੈ। ਤੇ ਚੋਣ ਕਮਿਸ਼ਨ ਨੂੰ ਜਿਹੜੇ ਹਲਕਿਆਂ ਦੇ ਵਿੱਚ ਵੋਟਾਂ ਦੀ ਖਰੀਦੋ ਫਰੋਖਤ ਹੋਣ ਦੇ ਜਿਹੜੇ ਖਦਸ਼ੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਲੰਬੀ ਪਹਿਲੇ ਨੰਬਰ ਤੇ ਹੈ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਪੰਜਾਬ ਦੇ ਸਭ ਤੋਂ ਵੱਧ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਨੇ। ਉਹਨਾਂ ਦੇ ਹਲਕੇ ਵਿੱਚ ਵੋਟਾਂ ਖਰੀਦੇ ਜਾਣ ਦਾ ਖਦਸ਼ਾ ਹੈ। ਇੱਥੇ ਪ੍ਰਕਾਸ਼ ਸਿੰਘ ਬਾਦਲ ਦਾ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਸਖਤ ਮੁਕਾਬਲਾ ਚੱਲ ਰਿਹਾ ਹੈ। ਗਿੱਦੜਬਾਹਾ ਦੀ ਸੀਟ ਵੀ ਫਸਵੀਂ ਹੈ ਜਿੱਥੇ ਵੋਟਾਂ ਦੀ ਬੋਲੀ ਲੱਗਣ ਦਾ ਪੂਰਾ ਡਰ ਹੈ। ਬਠਿੰਡਾ ਸ਼ਹਿਰੀ ਹਲਕਾ ਵੀ ਸ਼ਾਮਲ ਹੈ ਜਿੱਥੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਚੋਣ ਲੜ ਰਹੇ ਨੇ ਤੇ ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੇ ਲੀਡਰਾਂ ਨੂੰ ਜਿੰਨਾ ਤਜਰਬਾ ਹੈ ਵੋਟਾਂ ਖਰੀਦਣ ਵੇਚਣ ਦਾ ਉਹਨਾਂ ਸ਼ਾਇਦ ਕਿਸੇ ਨੂੰ ਨਹੀਂ ਹੈ ਤੇ ਰਵਾਇਤੀ ਪਾਰਟੀਆਂ ਦੇ ਵਿੱਚ ਕਾਂਗਰਸ ਦਾ ਵੀ ਨਾਮ ਆਉਂਦਾ ਹੈ ਤੇ ਬੀਜੇਪੀ ਵੀ ਘੱਟ ਨਹੀਂ ਹੈ। ਤੇ ਜਿਹੜੇ ਚੋਣ ਕਮਿਸ਼ਨ ਨੇ ਸ਼ਨਾਖਤ ਕੀਤੇ ਹਲਕੇ ਨੇ ਉਹਨਾਂ ਦੇ ਵਿੱਚ ਰਾਮਪੁਰਾ ਫੂਲ ਤੇ ਮੌੜ ਹਲਕੇ ਵੀ ਸ਼ਾਮਲ ਨੇ। ਸੁਨਾਮ ਤੇ ਸਨੌਰ ਤੋਂ ਇਲਾਵਾ ਲੁਧਿਆਣਾ, ਦੱਖਣੀ ਆਤਮਨਗਰ, ਸਾਹਨੇਵਾਲ
ਸਾਹਨੇਵਾਲ ਗਿੱਲ ਹਲਕਾ ਇਹ ਵੀ ਇਸੇ ਸੂਚੀ ਦੇ ਵਿੱਚ ਸ਼ਾਮਲ ਨੇ। ਦੁਆਬੇ ਦਾ ਕੋਈ ਵੀ ਹਲਕਾ ਇਸ ਸੂਚੀ ਦੇ ਵਿੱਚ ਸ਼ਾਮਲ ਨਹੀਂ ਹੈ, ਯਾਨੀ ਕਿ ਦੁਆਬੇ ਦੇ ਵਿੱਚ ਲੋਕ ਨਾ ਤਾਂ ਆਪਦੀਆਂ ਵੋਟਾਂ ਵੇਚਦੇ ਨੇ ਨਾ ਹੀ ਖਰੀਦਦੇ ਨੇ। ਹਾਲਾਂਕਿ ਅੰਦਰ ਖਾਤੇ ਕੁਝ ਵੀ ਹੋ ਸਕਦਾ, ਪਰ ਚੋਣ ਕਮਿਸ਼ਨ ਦੀ ਨਜ਼ਰ ਦੇ ਵਿੱਚ ਕੋਈ ਅਜਿਹਾ ਹਲਕਾ ਨਹੀਂ ਆਇਆ। ਮਾਝੇ ਦੇ ਹਲਕੇ ਵੀ ਹੈਗੇ ਨੇ ਜਿੱਥੇ ਵੋਟਾਂ ਖਰੀਦੇ ਜਾਣ ਦਾ ਖਦਸ਼ਾ ਹੈ। ਮਜੀਠਾ ਜਿੱਥੇ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਚੋਣ ਲੜ ਰਹੀ ਹੈ। ਪਠਾਨਕੋਟ ਡੇਰਾ ਬਾਬਾ ਨਾਨਕ ਜਿੱਥੋਂ ਸੁਖੀ ਰੰਧਾਵਾ ਚੋਣ ਲੜ ਰਹੇ ਨੇ। ਅੰਮ੍ਰਿਤਸਰ ਕੇਂਦਰੀ ਤੇ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਚੋਣ ਮੈਦਾਨ ਦੇ ਵਿੱਚ ਨੇ। ਇੱਥੇ ਵੋਟਾਂ ਖਰੀਦੇ ਜਾਣ ਦਾ ਪੂਰਾ ਖਦਸ਼ਾ ਹੈ। ਤੇ ਜੇ ਅੰਕੜੇ ਦੇਖ ਲਈਏ, ਇਹਨਾਂ ਉਮੀਦਵਾਰਾਂ ਦੇ ਐਫੀਡੇਵਿਟ ਦੇਖ ਲਈਏ ਤਾਂ ਪੰਜਾਬ ਚੋਣਾਂ ਦੇ ਵਿੱਚ 521 ਕਰੋੜਪਤੀ ਤੇ 640 ਲੱਖਪਤੀ ਉਮੀਦਵਾਰ ਖੜੇ ਨੇ। 35 ਉਮੀਦਵਾਰਾਂ ਦੇ ਕੋਲ ਤਾਂ 10 ਕਰੋੜ ਤੋਂ ਲੈ ਕੇ 283 ਕਰੋੜ ਰੁਪਏ ਦੀ ਸੰਪत्ति ਹੈ। ਹੁਣ ਜਿਹਦੇ ਕੋਲੇ 283 ਹੋਣਗੇ, ਜੇ ਉਹ 3 ਕਰੋੜ ਲਾ ਵੀ ਦੇਊ ਤਾਂ ਉਹਨੂੰ ਲੱਗਦਾ ਹੋਊ ਕਿ ਕੀ ਘਟ ਜਾਊ, ਅਗਲੇ 5 ਸਾਲ ਅਸੀਂ ਐਸ਼ ਕਰਾਂਗੇ, ਅਗਲੇ 5 ਸਾਲ ਅਸੀਂ ਪੈਸੇ ਪੂਰੇ ਹੀ ਕਰਨੇ ਨੇ, ਇਸ ਤੋਂ ਵੱਧ ਕਰ ਲੈਣੇ ਨੇ। ਸੋ ਇਸ ਤਰ੍ਹਾਂ ਦੀ ਸੋਚ ਦੇ ਨਾਲ ਕਈ ਉਮੀਦਵਾਰ ਉਤਰਦੇ ਨੇ ਚੋਣਾਂ ਦੇ ਵਿੱਚ। ਸੋ ਇਹ ਤਾਂ ਹੁਣ ਪੰਜਾਬੀਆਂ ਦੇ ਹੱਥ ਹੈ ਕਿ ਉਹਨਾਂ ਨੇ ਆਪਣੀ ਵੋਟ ਵੇਚਣੀ ਹੈ ਜਾਂ ਫਿਰ ਆਪਣੀ ਮਤ ਦਾ ਦਾਨ ਕਰਨਾ ਹੈ, ਜਿਹਦਾ ਮਤਲਬ ਇਹ ਹੁੰਦਾ ਕਿ ਆਪਣੀ ਅਕਲ ਦਾ ਦਾਨ। ਤੁਹਾਡੀ ਵੋਟ ਪਾਉਣ ਦਾ ਜਿਹੜਾ ਇਹ ਪ੍ਰਕਿਰਿਆ ਹੁੰਦੀ ਹੈ, ਤੁਹਾਡੀ ਅਕਲ ਦਾ ਦਾਨ ਹੁੰਦਾ ਹੈ ਕਿ ਤੁਸੀਂ ਅਕਲ ਦੇ ਨਾਲ ਵੋਟ ਪਾਉਣੀ ਹੈ। ਇੱਕ ਹੋਰ ਜਿਹੜੀ ਖਬਰ ਚਿੱਥੀ ਜਾ ਰਹੀ ਹੈ ਨਾ ਚੋਣਾਂ ਦੇ ਦਰਮਿਆਨ, ਉਹ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬੈਠਕ। ਅੰਮ੍ਰਿਤਸਰ ਦੇ ਵਿੱਚ ਐਤਵਾਰ ਨੂੰ ਪਹੁੰਚੇ ਸੀ ਅਮਿਤ ਸ਼ਾਹ ਤੇ ਉਹਨਾਂ ਨੇ ਜਾ ਕੇ ਸਕੱਤਰੇਤ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ। ਬੰਦ ਕਮਰਾ ਬੈਠਕ ਹੋਈ ਹੈ। ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਹਨਾਂ ਨੂੰ ਦੇਖ ਕੇ ਸਿੱਖ ਕੌਮ ਬੜੀ ਹੈਰਾਨ ਹੈ ਕਿ ਉਹਨਾਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਵੀ ਬੈਠੇ ਹੋਏ ਨੇ। 45 ਮਿੰਟ ਲੰਬੀ ਇਹ ਬੈਠਕ ਹੋਈ ਹੈ। ਦੋਵੇਂ ਲੀਡਰ ਹੀ ਕਹਿੰਦੇ ਕਮਰੇ ਵਿੱਚ ਹਾਜ਼ਰ ਸੀ, ਅਮਿਤ ਸ਼ਾਹ ਤੇ ਜਥੇਦਾਰ ਸਾਹਿਬ। ਉਸ ਤੋਂ ਬਾਅਦ ਹਰਦੀਪ ਸਿੰਘ ਪੁਰੀ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਤਰਨ ਚੁੱਗ ਵੀ ਨਾਲ ਸਨ, ਪਰ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਸੀ। ਬਾਅਦ ਚੋਂ ਫੋਟੋ ਜ਼ਰੂਰ ਇਕੱਠਿਆਂ ਨੇ ਕਰਾਈ ਸੀ ਤੇ ਸਵਾਲ ਚੁੱਕੇ ਨੇ, ਕੁਝ ਸਿੱਖ ਲੀਡਰਾਂ ਨੇ ਵੀ ਸਵਾਲ ਚੁੱਕੇ ਨੇ। ਸੁਖਦੇਵ ਸਿੰਘ ਭੌਰ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਨੇ, ਉਹਨਾਂ ਨੇ ਕਿਹਾ ਕਿ ਜਿਸ ਦਿਨ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਵਿੱਚ ਸ਼ਾਮਲ ਹੋਇਆ, ਜਥੇਦਾਰ ਹਰਪ੍ਰੀਤ ਸਿੰਘ ਦੀ ਦਲੀਲ ਸੀ ਇੱਕ ਪਾਸੇ ਜੇਲ੍ਹ ਸੀ, ਇੱਕ ਪਾਸੇ ਭਾਜਪਾ। ਸਿਰਸੇ ਨੇ ਜੇਲ੍ਹ ਜਾਣ ਦੀ ਬਜਾਏ ਬੀਜੇਪੀ ਵਿੱਚ ਸ਼ਮੂਲੀਅਤ ਕਰ ਲਈ, ਪਰ ਅੱਜ ਸਿਰਸੇ ਨੂੰ ਜੇਲ੍ਹ ਦਿਖਾਉਣ ਵਾਲੇ ਉਸੇ ਅਮਿਤ ਸ਼ਾਹ ਨਾਲ ਬੰਦ ਕਮਰਾ ਬੈਠਕਾਂ ਹੋ ਰਹੀਆਂ ਨੇ, ਸਿਰੋਪੇ ਦਿੱਤੇ ਜਾ ਰਹੇ ਨੇ। ਵਾਹਿਗੁਰੂ ਭਲੀ ਕਰੇ। ਪਰ ਦੂਸਰੇ ਪਾਸੇ ਕੁਝ ਲੋਕ ਤਾਰੀਫ ਵੀ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਬੜੀ ਚੰਗੀ ਗੱਲ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਚੱਲ ਕੇ ਜਥੇਦਾਰ ਸਾਹਿਬ ਕੋਲ ਆਏ ਨੇ ਤੇ ਜਥੇਦਾਰ ਸਾਹਿਬ ਨੇ ਉਹਨਾਂ ਦਾ ਸਨਮਾਨ ਵੀ ਕੀਤਾ, ਸਿਰਸਾ ਜੀ ਦਾ ਵੀ ਸਨਮਾਨ ਕੀਤਾ। ਕਿ ਇਸ ਤੋਂ ਤਾਂ ਪਤਾ ਲੱਗਦਾ ਕਿ ਸ਼ਾਇਦ ਉਹਨਾਂ ਦੀਆਂ ਮੰਗਾਂ ਹੁਣ ਕੇਂਦਰ ਸਰਕਾਰ ਮੰਨਣ ਜਾ ਰਹੀ ਹੈ, ਕਿਉਂਕਿ ਮੰਗਾਂ ਬੜੀਆਂ ਅਹਿਮ ਚੁੱਕੀਆਂ ਗਈਆਂ ਨੇ। ਪਰ ਉਹ ਮੰਗਾਂ ਕਦੋਂ ਮੰਨੀਆਂ ਜਾਣਗੀਆਂ ਇਸ ਬਾਰੇ ਤਾਂ ਭਾਵੇਂ ਕੁਝ ਨਹੀਂ ਕਿਹਾ ਹੈਗਾ, ਪਰ ਜਿਹੜਾ ਸਿਰੋਂ ਪਾਓ ਦਿੱਤਾ ਗਿਆ ਹੈ ਉਸ ਦੇ ਬਾਰੇ ਲੋਕ ਅੰਦਾਜ਼ਾ ਲਾ ਰਹੇ ਨੇ ਕਿ ਸ਼ਾਇਦ ਜਥੇਦਾਰ ਸਾਹਿਬ ਨੂੰ ਪਤਾ ਹੋਣਾ ਕਿ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ, ਇਸ ਕਰਕੇ ਉਹਨਾਂ ਨੇ ਕੋਈ ਵੱਡਾ ਕੰਮ ਕਰਨਾ ਸਿੱਖ ਕੌਮ ਦੇ ਲਈ। ਸ਼ਾਇਦ ਸਿਰੋਪਾਓ ਦੇਣਾ ਤਾਂ ਬਣਦਾ ਹੀ ਸੀ, ਐਵੇਂ ਥੋੜੀ ਦਿੱਤਾ ਹੋਣਾ। 750 ਦੇ ਕਰੀਬ ਕਿਸਾਨ ਸ਼ਹੀਦ ਹੋਏ ਨੇ। ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਉਸੇ ਸਰਕਾਰ ਦੇ ਗ੍ਰਹਿ ਮੰਤਰੀ ਆਉਂਦੇ ਨੇ ਜਥੇਦਾਰ ਸਾਹਿਬ ਦੇ ਕੋਲੇ, ਸਿਰੋਪਾਓ ਦਿੰਦੇ ਨੇ ਤੇ ਸ਼ਾਇਦ ਕਿਤੇ ਨਾ ਕਿਤੇ ਕੋਈ ਗੱਲ ਕਿਸਾਨਾਂ ਦੀ ਮੰਨ ਲਈ ਹੋਣੀ, ਇਸੇ ਕਰਕੇ ਸਿਰੋਪਾਓ ਦਿੱਤਾ ਹੋਣਾ। ਤੇ ਸਿੱਖ ਇਹ ਵੀ ਜਾਣਦੇ ਨੇ ਕਿ ਜਥੇਦਾਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਕੋਈ ਵੀ ਮਿਲ ਸਕਦਾ ਹੈ, ਪ੍ਰਧਾਨ ਮੰਤਰੀ ਆ ਕੇ ਮਿਲ ਸਕਦਾ ਹੈ, ਕਿਉਂਕਿ ਉਹ ਕਿਹੜਾ ਕਿਸੇ ਨੂੰ ਮਿਲਣ ਗਏ ਨੇ, ਉਹ ਕਿਹੜਾ ਸੈਂਟਰ ਦੇ ਦਿੱਲੀ ਸਰਕਾਰ ਦੇ ਕੋਲ ਗਏ ਨੇ ਖੁਦ ਕਿ ਉਹਨਾਂ ਨੇ ਗ੍ਰਹਿ ਮੰਤਰੀ ਦੇ ਨਾਲ ਖੁਦ ਮੁਲਾਕਾਤ ਕੀਤੀ ਹੈ। ਗ੍ਰਹਿ ਮੰਤਰੀ ਖੁਦ ਚੱਲ ਕੇ ਆਏ ਨੇ, ਜਥੇਦਾਰ ਸਾਹਿਬ ਮਿਲ ਸਕਦੇ ਨੇ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਉਹਨਾਂ ਨੇ ਰੱਖੀ ਹੈ, ਉਹਨਾਂ ਕੋਲੇ ਨੀਮ ਫੌਜੀ ਬਲਾਂ ਦੇ ਵਿੱਚ ਗ੍ਰੰਥੀ ਦੀ ਇੱਕ ਪੱਕੀ ਅਸਾਮੀ ਸਥਾਪਿਤ ਕਰਨ ਦੇ ਲਈ ਕਿਹਾ ਹੈ ਤੇ ਨਾਲ ਹੀ ਉਹਨਾਂ ਨੇ ਉੱਤਰਾਖੰਡ ਦੇ ਗੁਰਦੁਆਰਾ ਗੋਦੜੀ ਸਾਹਿਬ ਦਾ ਮੁੜ ਨਿਰਮਾਣ ਕਰਨ ਦੇ ਲਈ ਕਿਹਾ ਹੈ। ਸਿੱਕਮ ਦੇ ਵਿੱਚ ਗੁਰਦੁਆਰਾ ਚੁੰਗਥਾਮ ਦਾ ਕਬਜ਼ਾ ਸਿੱਖ ਭਾਈਚਾਰੇ ਨੂੰ ਸੌਂਪਣ ਲਈ ਕਿਹਾ ਹੈ ਤੇ ਹੋਰ ਵੀ ਬੜੀਆਂ ਜਿਹੜੀਆਂ ਸਿੱਖ ਸੰਗਤ ਦੀਆਂ ਮੰਗਾਂ ਨੇ ਉਹ ਰੱਖੀਆਂ ਨੇ। ਤੇ ਸਿੱਖ ਇਹੀ ਆਸ ਕਰਦੇ ਨੇ ਕਿ ਸ਼ਾਇਦ ਜਥੇਦਾਰ ਸਾਹਿਬ ਦੇ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਤਾ ਗਿਆ ਸਿਰੋਪਾਓ ਕੋਈ ਚੰਗੀ ਆਸ ਹੀ ਲੈ ਕੇ ਆਵੇਗਾ, ਕੋਈ ਫਰੂਟਫੁਲ ਮੀਟਿੰਗ ਹੀ ਹੋਈ ਹੋਏਗੀ, ਜਿਸ ਕਰਕੇ ਸਿਰੋਪਾਓ ਦੀ ਵੱਡੀ ਬਖਸ਼ਿਸ਼ ਅਮਿਤ ਸ਼ਾਹ ਨੂੰ ਦਿੱਤੀ ਗਈ ਹੈ। ਉਧਰ ਦਲ ਖਾਲਸਾ ਜਥੇਬੰਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਫੈਸਲਾ ਲਿਆ ਹੈ। ਉਂਝ ਹਰ ਤਰ੍ਹਾਂ ਦੀਆਂ ਚੋਣਾਂ ਦਾ ਬਾਈਕਾਟ ਇਸ ਜਥੇਬੰਦੀ ਦੇ ਵੱਲੋਂ ਕੀਤਾ ਜਾਂਦਾ ਹੈ, ਕਿਉਂਕਿ ਇਸ ਜਥੇਬੰਦੀ ਦੇ ਲੀਡਰਾਂ ਦਾ ਮੰਨਣਾ ਹੈ ਕਿ ਸੁਧਾਰ ਤੇ ਵਿਕਾਸ ਦਾ ਨਾਰਾ ਆਜ਼ਾਦੀ ਦਾ ਬਦਲ ਨਹੀਂ ਹੋ ਸਕਦਾ। ਸਿੱਖ ਕੌਮ ਦੇ ਲਈ ਇਕੱਲਾ ਪਦਾਰਥਵਾਦੀ ਵਿਕਾਸ ਹੀ ਮੁੱਦਾ ਨਹੀਂ ਹੈ, ਮੁੱਦਾ ਸਵੈ ਨਿਰਣੇ ਦਾ ਹੱਕ ਲੈਣ ਵਾਲਾ ਹੈ, ਮੁੱਦਾ ਆਜ਼ਾਦੀ ਦਾ ਹੈ ਤੇ ਇਹਨਾਂ ਦਾ ਸੁਪਨਾ ਪੰਜਾਬ ਨੂੰ ਪ੍ਰਭੂ ਸੱਤਾ ਸੰਪੰਨ ਸਟੇਟ ਬਣਾਉਣਾ ਹੈ ਤੇ
ਇਸ ਦੇ ਲਈ ਸੰਘਰਸ਼ ਹੀ ਇਹ ਸਹੀ ਰਾਹ ਮੰਨਦੇ ਨੇ। ਭਾਰਤੀ ਨਿਜ਼ਾਮ ਹੇਠ ਚੋਣਾਂ ਨੂੰ ਇਹ ਸਹੀ ਰਾਹ ਨਹੀਂ ਮੰਨਦੇ। ਇਸ ਕਰਕੇ ਇਹਨਾਂ ਨੇ ਚੋਣਾਂ ਦੇ ਵਿੱਚ ਹਿੱਸਾ ਯਾਨੀ ਕਿ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ, ਜਿਵੇਂ ਕਿ ਹਰ ਵਾਰ ਇਹ ਕਰਦੇ ਨੇ। ਇਸ ਜਥੇਬੰਦੀ ਦਾ ਮੰਨਣਾ ਹੈ ਕਿ ਭਾਰਤ ਦੀਆਂ ਸਾਰੀਆਂ ਜਿਹੜੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ, ਚਾਹੇ ਕਾਂਗਰਸ ਕਾਂਗਰਸ ਹੋਵੇ, ਬੀਜੇਪੀ ਹੋਵੇ ਜਾਂ ਆਮ ਆਦਮੀ ਪਾਰਟੀ, ਇਹ ਸਾਰੇ ਇੱਕੋ ਮੌਸਮ ਤੇ ਇੱਕੋ ਡਾਲ ਦੇ ਪੰਛੀ ਨੇ। ਹਿੰਦੂ ਨਿਵਾਸ ਤਿੰਨੇ ਪਾਰਟੀਆਂ ਹਿੰਦੂਤਵ ਦੀ ਹੀ ਸ਼ਾਖ ਨੇ। ਸਿੱਖ ਲੋਕਤੰਤਰ ਅਤੇ ਲੋਕਤੰਤਰੀ ਪ੍ਰਣਾਲੀ ਦੇ ਖਿਲਾਫ ਨਹੀਂ ਹਨ। ਸਿੱਖ ਪੂਰੇ ਜੋਸ਼ ਖਰੋਸ਼ ਨਾਲ ਚੋਣਾਂ ਵਿੱਚ ਸ਼ਾਮਲ ਹੁੰਦੇ ਆਏ ਹਨ। 1947 ਤੋਂ ਹੁਣ ਤੱਕ ਅਤੇ ਖਾਸ ਤੌਰ ਉੱਤੇ 1984 ਵਿੱਚ ਅਕਾਲ ਤਖਤ ਸਾਹਿਬ ਨੂੰ ਢਾਏ ਜਾਣ ਤੋਂ ਬਾਅਦ ਵੀ ਸਿੱਖਾਂ ਨੇ ਕਈ ਵਾਰ ਪੰਜਾਬ ਅੰਦਰ ਸਰਕਾਰ ਬਣਾਈ, ਭਾਰਤੀ ਪਾਰਲੀਮੈਂਟ ਵਿੱਚ ਆਪਣੇ ਮੈਂਬਰ ਭੇਜੇ, ਪਰ ਸਿੱਖਾਂ ਦੀ ਸਥਿਤੀ ਵਿੱਚ ਕੋਈ ਹਾਂ ਪੱਖੀ ਬਦਲਾਵ ਨਹੀਂ ਹੋਇਆ, ਸਗੋਂ ਸਥਿਤੀ ਹੋਰ ਬੱਤਰ ਹੋਈ ਹੈ। ਧਰਮ ਯੁੱਧ ਮੋਰਚੇ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਨਵੰਬਰ 1984 ਦੇ ਸਿੱਖ ਕਤਲੇਆਮ ਦਾ ਇਨਸਾਫ ਨਹੀਂ ਹੋਇਆ। ਭਾਰਤੀ ਸਟੇਟ ਨੇ ਦੇਹਧਾਰੀ ਡੰਮ ਨੂੰ ਸ਼ਹਿ ਅਤੇ ਪੁਸ਼ਤਪਨਾਹੀ ਦੇਣੀ ਬੰਦ ਨਹੀਂ ਕੀਤੀ। ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ। ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਬੰਦ ਨਹੀਂ ਹੋਈ। ਫਰਜ਼ੀ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਨਹੀਂ ਕੀਤਾ ਗਿਆ। 2 ਦਹਾਕਿਆਂ ਤੋਂ ਵੱਧ ਸਜ਼ਾ ਭੁਗਤਣ ਦੇ ਬਾਵਜੂਦ ਬੰਦੀ ਸਿੰਘ ਬੰਦੀ ਹੀ ਹਨ। ਸੰਘਰਸ਼ ਦੇ ਪੈਂਤੜੇ ਦੇ ਇਸ ਵਖਰੇਵੇਂ ਦੇ ਬਾਵਜੂਦ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਸਾਥੀਆਂ ਨੂੰ ਕਾਮਯਾਬੀ ਲਈ ਸ਼ੁਭ ਇਸ਼ਾਵਾਂ ਦਿੰਦੇ ਹਾਂ। ਹਾਲਾਂਕਿ ਇਹਨਾਂ ਨੇ ਕਿਹਾ ਹੈ ਕਿ ਸਾਡੀ ਜਿਹੜੀ ਹਮ ਖਿਆਲ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦੀ ਪਾਰਟੀ ਹੈ, ਉਹ ਚੋਣ ਮੈਦਾਨ ਦੇ ਵਿੱਚ ਨਿਤਰੀ ਹੋਈ ਹੈ। ਉਹਨਾਂ ਨੇ ਕਿਹਾ ਕਿ ਸਾਡਾ ਸੰਘਰਸ਼ ਦੇ ਪੈਂਤੜੇ ਨੂੰ ਲੈ ਕੇ ਭਾਵੇਂ ਇਸ ਦੇ ਨਾਲ ਇਸ ਪਾਰਟੀ ਦੇ ਨਾਲ ਵਖਰੇਵਾਂ ਹੈ, ਪਰ ਫਿਰ ਵੀ ਅਸੀਂ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਸਾਥੀਆਂ ਨੂੰ ਸ਼ੁਭ ਇੱਛਾਵਾਂ ਦਿੰਦੇ ਹਾਂ। ਚੋਣਾਂ ਤੋਂ ਬਾਅਦ ਅਗਲੀ ਖਬਰ ਹਿਜਾਬ ਵਿਵਾਦ ਦੇ ਨਾਲ ਜੁੜੀ ਹੋਈ ਹੈ। ਹਾਈ ਸਕੂਲਾਂ ਦੇ ਦੁਆਲੇ ਇੱਥੇ ਧਾਰਾ 144 ਲਾਗੂ ਕੀਤੀ ਗਈ ਹੈ। ਹਾਲਾਂਕਿ ਕਰਨਾਟਕਾ ਦੇ ਵਿੱਚ ਹਾਈ ਸਕੂਲ ਮੁੜ ਤੋਂ ਖੁੱਲ ਗਏ ਨੇ, ਪਰ ਦਫਾ 144 ਜਿਹੜੀ ਲਾਗੂ ਕੀਤੀ ਗਈ ਹੈ ਉਹ 19 ਫਰਵਰੀ ਤੱਕ ਲਾਗੂ ਰਹੇਗੀ। ਇਹ ਫੈਸਲਾ ਹਿਜਾਬ ਵਿਵਾਦ ਦੇ ਮੱਦੇਨਜ਼ਰ ਕੋਈ ਵੀ ਮੰਦਭਾਗੀ ਘਟਨਾ ਵਾਪਰਨ ਤੋਂ ਰੋਕਣ ਵਾਸਤੇ ਲਿਆ ਗਿਆ ਹੈ। ਹੁਕਮ ਸ਼ਹਿਰ ਦੇ ਪੁਲਿਸ ਕਮਿਸ਼ਨਰ ਐਨ ਸ਼ਸ਼ੀ ਕੁਮਾਰ ਨੇ ਜਾਰੀ ਕੀਤੇ ਨੇ ਤੇ 6 ਵਜੇ ਤੋਂ ਲੈ ਕੇ 19 ਫਰਵਰੀ ਯਾਨੀ ਕਿ ਸੋਮਵਾਰ 6 ਵਜੇ ਤੋਂ ਲੈ ਕੇ 19 ਫਰਵਰੀ ਸ਼ਾਮ 6 ਵਜੇ ਤੱਕ ਇਹ ਹੁਕਮ ਲਾਗੂ ਰਹਿਣਗੇ। ਉਧਰ ਹਾਈ ਸਕੂਲ ਮੁੜ ਤੋਂ ਖੁੱਲੇ ਨੇ। ਕਰਨਾਟਕਾ ਦੇ ਵਿੱਚ ਹਾਈ ਸਕੂਲਾਂ ਨੂੰ ਹਿਜਾਬ ਸੰਬੰਧੀ ਪੈਦਾ ਹੋਏ ਵਿਵਾਦ ਦੇ ਚੱਲਦਿਆਂ ਬੰਦ ਕਰ ਦਿੱਤਾ ਗਿਆ ਸੀ ਤੇ ਫਿਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਮੁੜ ਖੋਲਿਆ ਗਿਆ ਹੈ। ਕੈਨੇਡਾ ਦੇ ਵਿੱਚ ਜਿਹੜੇ ਰੋਸ ਮੁਜ਼ਾਹਰੇ ਚੱਲ ਰਹੇ ਨੇ ਉਹਨਾਂ ਦਰਮਿਆਨ ਇੱਕ ਰਾਹਤ ਵਾਲੀ ਖਬਰ ਲੋਕਾਂ ਦੇ ਲਈ ਇਹ ਹੈ ਕਿ ਅਮਰੀਕਾ ਕੈਨੇਡਾ ਸਰਹੱਦ ਦੇ ਉੱਤੇ ਬਣਿਆ ਪੁਲ ਹੈ, ਜਿਹੜਾ ਬੜਾ ਅਹਿਮ ਪੁਲ ਹੈ ਅੰਬੈਸਡਰ ਪੁਲ, ਉਹ ਮੁੜ ਤੋਂ ਖੁੱਲ ਗਿਆ ਹੈ। ਇੱਕ ਹਫ਼ਤਾ ਇਹ ਪੁਲ ਬੰਦ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਕਹਿੰਦੇ ਹਟਾ ਦਿੱਤਾ ਗਿਆ ਹੈ। ਕੋਵਿਡ-19 ਦੀਆਂ ਪਾਬੰਦੀਆਂ ਦੇ ਖਿਲਾਫ ਪ੍ਰਦਰਸ਼ਨ ਜਿਹੜੇ ਚੱਲ ਰਹੇ ਸੀ ਉਹਨਾਂ ਕਾਰਨ ਇਹ ਪੁਲ ਬੰਦ ਕਰ ਦਿੱਤਾ ਗਿਆ ਸੀ ਤੇ ਪੁਲ ਬੜਾ ਅਹਿਮ ਹੈ ਅਮਰੀਕਾ ਤੇ ਕੈਨੇਡਾ ਦੇ ਵਿਚਾਲੇ। ਜਿੰਨਾ ਸਭ ਤੋਂ ਵੱਡਾ ਵਪਾਰ ਹੁੰਦਾ ਹੈ ਉਹ ਇਸ ਪੁਲ ਦੇ ਰਾਹੀਂ ਹੀ ਹੁੰਦਾ ਹੈ, ਜਿਸ ਨੂੰ ਅੰਬੈਸਡਰ ਬ੍ਰਿਜ ਕਿਹਾ ਜਾਂਦਾ ਹੈ। ਤੇ ਹੁਣ ਕੈਨੇਡਾ ਤੇ ਅਮਰੀਕਾ ਦੇ ਵਿਚਾਲੇ ਵਪਾਰ ਹੈ ਜਿਹੜਾ ਮੁੜ ਤੋਂ ਸ਼ੁਰੂ ਹੋ ਗਿਆ। ਪੁਲਿਸ ਨੇ 2 ਦਰਜਨ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤਮਈ ਢੰਗ ਦੇ ਨਾਲ ਹਿਰਾਸਤ ਦੇ ਵਿੱਚ ਵੀ ਲਿਆ ਅਤੇ ਪੁਲ ਦੇ ਨੇੜੇ 7 ਵਾਹਨਾਂ ਨੂੰ ਟੋ ਕਰਕੇ ਇੱਕ ਪਾਸੇ ਕਰ ਦਿੱਤਾ। 5 ਵਾਹਨ ਕਬਜ਼ੇ ਦੇ ਵਿੱਚ ਵੀ ਲੈ ਲਏ। ਲਖੀਮਪੁਰ ਹਿੰਸਾ ਮਾਮਲੇ ਦੇ ਨਾਲ ਜੁੜੀ ਹੋਈ ਖਬਰ ਹੈ। ਇਸ ਦੇ ਵਿੱਚ ਗ੍ਰਿਫਤਾਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਦੇ ਹੁਕਮਾਂ ਨੂੰ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਸੋਧ ਕੇ ਦਿੱਤਾ ਹੈ। ਆਸ਼ੀਸ਼ ਦੇ ਵਕੀਲਾਂ ਨੇ ਦੱਸਿਆ ਕਿ ਬੇਲ ਆਰਡਰ ਦੇ ਵਿੱਚ ਧਾਰਾ 302 ਅਤੇ 120B IPC ਨੂੰ ਜੋੜ ਦਿੱਤਾ ਗਿਆ ਹੈ। ਆਸ਼ੀਸ਼ ਮਿਸ਼ਰਾ ਜਿਹੜਾ ਜਿਸ ਨੂੰ ਮੋਨੂ ਵੀ ਕਿਹਾ ਜਾਂਦਾ ਹੈ, ਗ੍ਰਹਿ ਮੰਤਰੀ ਅਜੇ ਮਿਸ਼ਰਾ ਟੇਨੀ ਦਾ ਪੁੱਤ ਹੈ। 4 ਕਿਸਾਨਾਂ ਤੇ ਇੱਕ ਪੱਤਰਕਾਰ ਤੇ ਕਾਰ ਚੜਾ ਕੇ ਉਹਨਾਂ ਨੂੰ ਮਾਰ ਦਿੱਤਾ ਸੀ ਤੇ ਇਹ ਮੁੱਖ ਮੁਲਜ਼ਮ ਹੈ ਉਸ ਘਟਨਾ ਦਾ। ਹਾਈ ਕੋਰਟ ਦੀ ਲਖਨਊ ਬੈਂਚ ਨੇ ਆਪਣੇ ਹੁਕਮ 'ਚ ਕਿਹਾ ਕਿ ਮੁਲਜ਼ਮ ਦੇ ਵਕੀਲਾਂ ਵੱਲੋਂ ਦਿੱਤੀ ਅਰਜ਼ੀ ਨੂੰ ਸੋਧਿਆ ਜਾਵੇ। ਇਸੇ ਦਰਮਿਆਨ ਜਾਣਕਾਰੀ ਇਹ ਵੀ ਹੈ ਕਿ ਮੰਗਲਵਾਰ ਨੂੰ ਯਾਨੀ ਕਿ 15 ਫਰਵਰੀ ਨੂੰ ਕਿਸਾਨ ਲੀਡਰ ਰਾਕੇਸ਼ ਟਿਕੈਤ ਲਖੀਮਪੁਰ ਖੀਰੀ ਜਾਣਗੇ, ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨਗੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।